ਪੰਜਾਬ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਹਿਬਾਨ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚੇ ਅੱਜ ਮਿਸ਼ਨ 100% ਗਿਵ ਯੂਅਰ ਬੈਸਟ ਐਂਡ ਮਿਸ਼ਨ 100% ਦੇ ਲਈ ਪੇਪਰ ਦੀ ਤਿਆਰੀ ਦੇ ਲਈ ਪੇਪਰ ਪੈਟਰਨ ਦੀ ਤਿਆਰੀ ਦੇ ਲਈ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਬਹੁਤ ਹੀ ਸਾਡੇ ਮਾਹਰ ਲੈਕਚਰਰ ਮੈਡਮ ਬਿੰਦੂ ਕੈਂਥ ਜਿਹੜੇ ਕਿ ਨਵਾਂ ਸ਼ਹਿਰ ਤੋਂ ਨੇ ਉਹਨਾਂ ਨੂੰ ਬੱਚੇ ਅਸੀਂ ਇਨਵਾਈਟ ਕੀਤਾ ਹੈ। ਸਭ ਤੋਂ ਪਹਿਲਾਂ ਮੈਡਮ ਬਿੰਦੂ ਤੁਹਾਡਾ ਇੱਥੇ ਆਉਣ ਤੇ ਅਸੀਂ ਬਹੁਤ ਜੀ ਆਇਆਂ ਆਖਦੇ ਹਾਂ ਤੇ ਐਜੂਸੈਟ ਵੱਲੋਂ ਪੂਰੇ ਵਿਦਿਆਰਥੀਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਸੋ ਬੱਚੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਮੈਮ ਨੇ ਡਾਕਟਰੇਟ ਵੀ ਕੀਤੀ ਹੋਈ ਹੈ, ਮੈਮ UGC ਕਲੀਅਰ ਨੇ ਤੇ ਕੁਆਲੀਫਿਕੇਸ਼ਨ ਵੱਲੋਂ ਜੇ ਮੈਂ ਕਹਾਂ ਤਾਂ ਮੇਰੇ ਤੋਂ ਕਿਤੇ ਉੱਪਰ ਨੇ। ਸੋ ਮੈਨੂੰ ਇਸ ਗੱਲ ਦੀ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਵੀ ਮੈਮ ਦੇ ਨਾਲ ਬੈਠ ਕੇ ਤੁਹਾਡੇ ਨਾਲ ਅਸੀਂ ਪੇਪਰ ਪੈਟਰਨ ਡਿਸਕਸ ਕਰ ਰਹੇ ਹਾਂ। ਸੋ ਅਸੀਂ ਹੁਣ ਗੱਲ ਕਰਦੇ ਹਾਂ ਪੇਪਰ ਪੈਟਰਨ ਦੀ ਤਾਂ ਜੋ ਸਾਡਾ ਮਿਸ਼ਨ 100% ਹੈ ਉਹਦੇ ਵਿੱਚ ਅਸੀਂ ਕਾਮਯਾਬੀ ਪਾ ਸਕੀਏ। ਸੋ ਮੈਮ ਤੁਹਾਨੂੰ ਐਕਸਪਲੇਨ ਕਰਨਗੇ ਬੱਚੇ ਪੇਪਰ ਪੈਟਰਨ ਨੂੰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੈਮ ਦਾ ਇੱਕ ਵਾਰੀ ਫਿਰ ਤੋਂ। ਹਾਂਜੀ ਮੈਮ, ਸਭ ਤੋਂ ਪਹਿਲਾਂ ਬੱਚੇ ਅਸੀਂ ਸਿਲੇਬਸ ਦੀ ਗੱਲ ਕਰਦੇ ਹਾਂ। ਹਾਂਜੀ ਮੈਮ। ਥੈਂਕ ਯੂ ਮੈਮ। ਪਹਿਲੇ ਸਿਲੇਬਸ ਡਿਸਕਸ ਕਰਨ ਤੋਂ ਪਹਿਲੇ ਸਾਰੇ ਹੀ ਬੱਚਿਆਂ ਦਾ, ਸਾਰੇ ਹੀ ਟੀਚਰ ਸਾਹਿਬਾਨ ਦਾ ਇੱਥੇ ਸਵਾਗਤ ਹੈ। ਤੇ ਜਿਸ ਤਰ੍ਹਾਂ ਕਿ ਮੈਮ ਹਰਮਿੰਦਰ ਨੇ ਦੱਸਿਆ ਤੁਹਾਨੂੰ ਕਿ ਕੁਆਲੀਫਿਕੇਸ਼ਨ ਪੱਖੋਂ ਮੈਂ ਜ਼ਰੂਰ ਇਹਨਾਂ ਤੋਂ ਅੱਗੇ ਹੋਊਂਗੀ, ਪਰ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਆ ਜਦੋਂ ਮੈਂ ਇਸ ਜੌਬ 'ਚ ਆਈ ਮੈਂ ਇਹਨਾਂ ਤੋਂ ਹੀ ਸਿੱਖਿਆ। ਇਹਨਾਂ ਦੇ ਲੈਕਚਰ ਉਦੋਂ ਚੱਲਦੇ ਹੁੰਦੇ ਸੀਗੇ ਮੈਡਮ, ਤਾਂ ਇੱਕ ਗੀਤਕਾਰ ਨੇ ਨਾ ਕਿਤੇ ਬੜਾ ਸੋਹਣਾ ਕਿਹਾ ਹੈ ਵੀ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ। ਤਾਂ ਮੈਨੂੰ ਲੱਗਦਾ ਹੈ ਕਿ ਅੱਜ ਮਦਰਲੀ ਟੱਚ ਜਿਹੜਾ ਮੈਨੂੰ ਦੇ ਰਹੇ ਹੈ ਉਹਦੇ ਨਾਲ ਮੈਨੂੰ ਲੱਗਦਾ ਵੀ ਅਸੀਂ ਕਾਫੀ ਅੱਛਾ ਇੰਟਰੈਕਸ਼ਨ ਕਰਾਂਗੇ। ਮੈਡਮ ਦੀ ਗਾਈਡਲਾਈਨ ਦੇ ਵਿੱਚ ਮੈਂ ਵੀ ਬਹੁਤ ਕੁਝ ਸਿੱਖਿਆ, ਤੁਸੀਂ ਵੀ ਸਿੱਖਦੇ ਰਹੋਗੇ। ਤਾਂ ਜਿੱਦਾਂ ਕਿ ਪੰਜਾਬ ਸਰਕਾਰ ਦਾ ਉਪਰਾਲਾ ਆ ਵੀ ਇਸ ਵਾਰੀ ਆਪਾਂ ਮਿਸ਼ਨ 100% ਵਾਲੇ ਪਾਸੇ ਨੂੰ ਚੱਲੇ ਹੋਏ ਆ ਔਰ ਉਮੀਦ ਹੈ ਕਾਮਯਾਬ ਵੀ ਹੋਵਾਂਗੇ, ਕਿਉਂਕਿ ਤੁਸੀਂ ਸਾਰੇ ਹੀ ਦੇਖ ਰਹੇ ਹੋ ਰੋਜ਼ ਹੀ ਲਾਈਵ ਕਲਾਸਿਸ ਆ ਰਹੀਆਂ ਆ। ਹਰੇਕ ਤਰੀਕੇ ਦੇ ਨਾਲ ਸਾਡੇ ਜਿੰਨੇ ਵੀ ਮਾਰ ਟੀਚਰ ਹੈ ਹਰੇਕ ਸਬਜੈਕਟਸ ਦੇ ਹਰੇਕ ਸਟਰੀਮ ਦੇ ਕੋਸ਼ਿਸ਼ ਕਰ ਰਹੇ ਹੈ ਵੀ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਮਿਸ਼ਨ ਵੱਲ ਲਿਜਾਇਆ ਜਾਵੇ। ਤਾਂ ਮੈਡਮ ਵੀ ਇਸ ਪੱਖ ਪਿੱਛੋਂ ਪਿੱਛੇ ਨਹੀਂ ਹੈਗੇ, ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ। ਤਾਂ ਪੋਲੀਟੀਕਲ ਸਾਇੰਸ ਵੀ ਇਸ ਵਿਸ਼ੇ ਇਸ ਰੇਸ ਦੇ ਵਿੱਚੋਂ ਜਾਂ ਕਹਿ ਲਓ ਇਸ ਮਿਸ਼ਨ 'ਚ ਕਿੱਦਾਂ ਪਿੱਛੇ ਰਹਿ ਜਾਵੇ ਇਹਦੇ ਵਾਸਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ। ਸਿਲੇਬਸ ਪੱਖੋਂ ਜਿੱਦਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣਾ ਸਿਲੇਬਸ ਜਿਹੜਾ 2 ਪਾਰਟਸ ਵਿੱਚ ਵੰਡਿਆ ਹੋਇਆ, ਪਾਰਟ A ਔਰ B, ਔਰ ਉਹਦੇ ਵਿੱਚ ਤਕਰੀਬਨ 8 ਯੂਨਿਟਸ ਹੈਗੇ ਆ ਜਿਹੜੇ ਕਿ ਆਪਾਂ ਜਿਹੜਾ ਕਿ ਸਾਡਾ ਸਿਲੇਬਸ ਕਵਰ ਕਰ ਰਹੇ ਹੈ। ਤੇ ਉਹਦੇ ਵਿੱਚੋਂ ਵੀ 8 ਪੈਟਰਨ ਜਿਹੜੇ ਸਾਡੇ ਪਾਰਟਸ ਹੈਗੇ ਆ ਉਹਦੇ ਵਿੱਚੋਂ ਵੀ ਜਿਹੜੇ ਟੌਪਿਕਸ ਹੈਗੇ ਬੜੇ ਇੰਟਰਸਟਿੰਗ ਹੈ। ਸਾਰਿਆਂ ਦੀਆਂ PPTs ਐਜੂਕੇਅਰ ਐਪ ਦੇ ਉੱਪਰ ਵੀ ਹੈਗੀਆਂ ਆ, ਲੈਕਚਰਸ ਵੀ ਤਕਰੀਬਨ ਆ ਰਹੇ ਆ। ਸੋਸਾਇਟੀ ਦੇ ਉੱਤੇ ਵੀ ਮੈਮ ਸਾਰੀਆਂ ਅਸੀਂ ਵੀਡੀਓਜ਼ ਪਾਈਆਂ ਹੋਈਆਂ। ਸੋ ਬੱਚੇ 2A ਪਾਰਟ A ਐਂਡ ਪਾਰਟ B ਦੇ ਵਿੱਚ ਤੁਹਾਡਾ ਸਿਲੇਬਸ ਡਿਵਾਈਡਡ ਹੈ ਔਰ ਜੋ 80 ਮਾਰਕਸ ਦਾ ਤੁਹਾਨੂੰ ਆਨਸਰਸ ਆਣੇ ਨੇ, ਕੁਐਸਚਨ ਪੇਪਰ ਆਉਣਾ ਹੈ ਬੱਚੇ, ਉਹਦੇ ਵਿੱਚੋਂ ਵੀ ਤਕਰੀਬਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੋਨਾਂ ਪਾਰਟ A ਤੇ ਪਾਰਟ B ਦੇ ਵਿੱਚੋਂ 40-40 ਨੰਬਰ ਦਾ ਪੇਪਰ, ਥੋੜਾ 1-2 ਨੰਬਰ ਉੱਪਰ ਥੱਲੇ ਹੋ ਸਕਦੇ हैं ਬਟ 40-40 ਨੰਬਰ ਦਾ ਪੇਪਰ ਆਏਗਾ। ਇਹ ਤੁਹਾਡੀ ਸਲਾਈਡ ਦੇ ਉੱਤੇ ਬੱਚੇ ਅਸੀਂ ਤੁਹਾਨੂੰ ਸਿਲੇਬਸ ਦੱਸ ਦਿੱਤਾ ਹੈ। ਇੰਨਾ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਪੂਰਾ ਇੱਕ ਵਰਡ ਟੂ ਵਰਡ ਦਸੀਏ। ਸਿਲੇਬਸ ਤੁਹਾਡਾ ਬਿਲਕੁਲ ਠੀਕ ਹੈ ਤੁਹਾਡੀ ਬੁੱਕਸ ਦੇ ਵਿੱਚ ਜੋ ਦਿੱਤਾ ਹੈ। ਅੱਗੇ ਬੱਚੇ ਅੱਜ ਅਸੀਂ ਮੇਨ ਤੁਹਾਡੇ ਨਾਲ ਜੋ ਡਿਸਕਸ ਕਰਨ ਆਏ ਹਾਂ ਉਹ ਆਏ ਹਾਂ ਪੇਪਰ ਸਟਰਕਚਰ ਐਂਡ ਪੇਪਰ ਪੈਟਰਨ। ਤੁਹਾਡੇ ਅਧਿਆਪਕਾਂ ਨੇ ਵੀ ਦੱਸ ਦਿੱਤਾ ਹੋਏਗਾ, ਪਰ ਫਿਰ ਵੀ ਅੱਜ ਡਿਟੇਲ ਦੇ ਵਿੱਚ ਅਸੀਂ ਪੇਪਰ ਦੇ ਵਿੱਚ ਕਿੰਨੇ ਪਾਰਟ ਹੋਣਗੇ, ਕਿੰਨੇ ਕੁਐਸਚਨਸ ਆਣਗੇ, ਕਿਸ ਟਾਈਪ ਦੇ ਕੁਐਸਚਨਸ ਆਣਗੇ ਤੇ ਉਹ ਕੁਐਸਚਨਸ ਦੇ ਆਨਸਰਸ ਕਿੰਨੇ ਨੰਬਰ ਦਾ ਹੋਏਗਾ, ਇਹ ਹੁਣ ਅਸੀਂ ਡਿਸਕਸ ਕਰਾਂਗੇ। ਹਾਂਜੀ ਬਿੰਦੂ ਮੈਮ, ਸਭ ਤੋਂ ਪਹਿਲਾਂ ਬੱਚਿਆਂ ਨੂੰ ਤੁਸੀਂ ਪੇਪਰ ਪੈਟਰਨ ਦੀ ਮੇਨ ਬਰੀਫ 'ਚ ਜਾਣਕਾਰੀ ਦਿਓ ਜੀ। ਜਿੱਦਾਂ ਬੇਟਾ ਸਾਡੇ ਸਿਲੇਬਸ ਦੇ 2 ਪਾਰਟਸ ਹੈ ਤਾਂ ਪੇਪਰ ਦੇ ਟੋਟਲ 4 ਸੈਕਸ਼ਨਸ ਹੋਣਗੇ। 4 ਸੈਕਸ਼ਨਸ ਨੂੰ ਅਲੱਗ-ਅਲੱਗ ਨੰਬਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਜਿਹੜਾ ਸੈਕਸ਼ਨ A ਹੈ ਉਹ ਸਾਡਾ 32 ਨੰਬਰ ਦਾ ਹੋਊਗਾ, ਇਹਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ। ਜਿਹੜਾ ਸੈਕਸ਼ਨ B ਸਾਡਾ ਆ ਉਹਦੇ ਵਿੱਚ 20 ਮਾਰਕਸ ਦਾ ਪੇਪਰ ਤੁਹਾਨੂੰ ਕਵਰ ਕਰਨਾ ਹੋਊਗਾ। ਉਹਦੇ ਵਿੱਚੋਂ ਵੀ 8 ਕੁਐਸਚਨ ਹੋਣਗੇ, ਤੁਸੀਂ ਟੋਟਲ ਕੋਈ 5 ਕਰਨੇ ਆ। ਜਿਹੜਾ C ਸੈਕਸ਼ਨ ਹੈ ਉਹ 18 ਨੰਬਰ ਦਾ ਹੋਊਗਾ ਤੇ ਸੈਕਸ਼ਨ D ਜਿਹੜਾ ਹੈਗਾ ਆ ਉਹ 10 ਮਾਰਕਸ ਦਾ ਆ, ਜਿਹੜਾ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਿਛਲੇ ਸਾਲ ਤੋਂ ਹੀ ਕੰਪਰੀਹੈਂਸ਼ਨ ਵਾਲਾ ਇਹ
ਕਾਫੀ ਸਕੋਰਿੰਗ ਹੈ, ਸਕੋਰਿੰਗ ਕੁਐਸਚਨ ਔਰ ਮੋਸਟਲੀ ਹਾਂਜੀ ਅਸੀਂ ਬੱਚਿਆਂ ਨੂੰ ਇਹੀ ਐਡਵਾਈਸ ਕਰੀਦਾ ਵੀ ਸਭ ਤੋਂ ਸੌਖਾ ਜਿਹੜਾ ਪੋਰਸ਼ਨ ਹੈ ਜੇ ਪਹਿਲੇ ਆਪਾਂ ਇਹ ਵਾਲਾ ਆਪਟ ਕਰ ਲਈਏ ਤਾਂ ਜ਼ਿਆਦਾ ਫਾਇਦੇ ਚ ਰਹਾਂਗੇ। ਸੋ ਬੱਚੇ 4 ਪਾਰਟਸ ਹੋਣਗੇ ਤੁਹਾਡੇ ਪੇਪਰ ਦੇ। 80 ਨੰਬਰ ਦਾ ਪੇਪਰ ਹੋਏਗਾ, 20 ਨੰਬਰ ਦੀ ਤੁਹਾਡੀ ਅਸੈਸਮੈਂਟ ਹੋਏਗੀ ਜਿਹੜੀ ਕਿ ਤੁਹਾਡੇ ਟੀਚਰਸ ਵੱਲੋਂ ਭੇਜੀ ਜਾਏਗੀ। ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸੈਕਸ਼ਨ A ਦੀ, ਜਿਹਦੇ ਵਿੱਚ ਬੱਚੇ ਤੁਹਾਨੂੰ ਮੈਮ ਨੇ ਆਲਰੇਡੀ ਦੱਸਦਾ ਕਿ 16 ਕੁਐਸਚਨਸ ਹੋਣਗੇ 2 ਨੰਬਰ ਦੇ, 32 ਨੰਬਰ ਦਾ। ਜਿਵੇਂ ਮੈਂ ਤੁਹਾਨੂੰ ਪਿਛਲੀ ਸਾਈਡ ਦੇ ਵਿੱਚ ਦੱਸਾਂ ਕਿ ਪਹਿਲਾ ਤੁਹਾਡਾ ਪਾਰਟ 32 ਨੰਬਰ ਦਾ ਹੈ। ਸੋ ਮੈਮ ਇਹ ਇਹਨਾਂ ਨੂੰ ਐਕਸਪਲੇਨ ਕਰੋ ਪਲੀਜ਼। ਸੈਕਸ਼ਨ A ਦੇ ਵਿੱਚ 16 ਕੁਐਸਚਨਸ ਆਣਗੇ, 2-2 ਮਾਰਕਸ ਦਾ ਇੱਕ ਕੁਐਸਚਨ ਹੋਊਗਾ, ਟੋਟਲ 32 ਨੰਬਰ ਦੇ ਕੁਐਸਚਨ ਹੋਣਗੇ। ਹੁਣ ਜਿਹੜੇ ਇਹ 16 ਨੰਬਰ ਦੇ ਕੁਐਸਚਨਸ ਹੈ ਇਹਦੇ ਵਿੱਚ 6 ਕੁਐਸਚਨ ਇਦਾਂ ਦੇ ਪਾਏ ਗਏ ਹੈ ਜਿਹਦੇ ਵਿੱਚ MCQ ਫਾਰਮ ਹੋਊਗੀ, 4 ਆਪਸ਼ਨਸ ਹੋਣਗੀਆਂ, ਚਾਰਾਂ ਚੋਂ ਇੱਕ ਠੀਕ ਆਪਸ਼ਨ ਹੋਊਗੀ, ਉਹ ਤੁਸੀਂ ਸਿਲੈਕਟ ਕਰਨੀ ਹੈ। ਬਹੁ ਵਿਕਲਪੀ ਉੱਤਰ ਜਿਹਨੂੰ ਆਪਾਂ ਕਹਿ ਦਿੰਦੇ ਆ, ਬਹੁ ਵਿਕਲਪੀ ਉੱਤਰ। ਹਾਂਜੀ, ਇੱਕ ਦੇ ਨਾਲ 4 ਆਪਸ਼ਨਸ, ਵੀ 4 ਦੇ ਵਿੱਚੋਂ ਤੁਸੀਂ ਇੱਕ ਆਪਣੀ ਸਹੀ ਆਪਸ਼ਨਸ ਤੁਸੀਂ ਆਪਟ ਕਰਨੀ ਹੈ। ਟਾਈਮ ਵੀ ਇਹਦੇ ਉੱਤੇ ਘੱਟ ਲੱਗੂਗਾ ਤੇ ਜਿਹੜੇ 10 ਆਬਜੈਕਟਿਵ ਟਾਈਪ ਕੁਐਸਚਨ ਇਸ ਤੋਂ ਇਲਾਵਾ ਆਣੇ ਆ ਉਹਦੇ ਵਿੱਚ ਫਿਲ ਅਪਸ ਵੀ ਹੋ ਸਕਦੇ ਆ, ਰਾਈਟ ਰੋਂਗ ਸਹੀ ਗਲਤ ਵੀ ਹੋ ਸਕਦੇ ਆ। ਇਦਾਂ ਦੇ ਇਹ 10 ਤੇ 6 16 ਕੁਐਸਚਨ ਹੋਣਗੇ। ਔਰ ਇਹਦੇ ਲਈ ਜਿਹੜਾ ਟਾਈਮ ਜ਼ਿਆਦਾ ਅਸੀਂ ਸੋਚਦੇ ਹਾਂ ਵੀ ਕਿੰਨਾ ਕੁ ਟਾਈਮ ਇਹਦੇ ਤੇ ਲਗਾਉਣਾ ਚਾਹੀਦਾ ਪਹਿਲੇ ਕੁਐਸਚਨ ਦੇ ਉੱਤੇ, ਤਾਂ ਮੇਰੇ ਅਕੋਰਡਿੰਗ 30 ਤੋਂ 32 ਮਿੰਟ। ਇੱਕ ਕੁਐਸਚਨ ਨੂੰ ਜੇ ਆਪਾਂ 2 ਮਿੰਟ ਵੀ ਦਈਏ ਤਾਂ 32 ਮਿੰਟ ਦੇ ਵਿੱਚ ਆਪਾਂ ਇਹ ਵਾਲਾ ਵਧੀਆ ਵਾਲਾ ਪੈਟਰਨ ਚੂਜ਼ ਕਰ ਸਕਦੇ ਹਾਂ। ਹਾਂਜੀ ਬਿੰਦੂ ਮੈਮ, ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚੇ ਕਈ ਵਾਰੀ ਕੀ ਕਰਦੇ ਨੇ ਕਿ ਚਾਹੇ ਆਨਸਰ ਛੋਟੇ ਹੋਣ, ਪੁੱਛਣ ਦੇ ਵਿੱਚ, ਇੱਧਰ ਉੱਧਰ ਦੇਖਣ ਦੇ ਵਿੱਚ, ਲਿਖ ਲਿਆ ਕੱਟ ਲਿਆ, ਇਹਦੇ ਵਿੱਚ ਸਮਾਂ ਬਹੁਤ ਖਰਾਬ ਕਰ ਦਿੰਦੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਬੇਟੇ ਵੱਡੇ ਕੁਐਸਚਨਸ ਦੇ ਲਈ ਤੁਹਾਡੇ ਕੋਲ ਸਮਾਂ ਨਹੀਂ ਰਹਿੰਦਾ। ਸੋ ਟਾਈਮ ਮੈਨੇਜਮੈਂਟ ਦੇਖਣੀ ਕਿ ਇਸ ਕੁਐਸਚਨ ਨੂੰ ਅਸੀਂ ਕਿੰਨਾ ਸਮਾਂ ਦੇ ਸਕਦੇ ਹਾਂ। ਇਹ ਬੱਚੇ ਤੁਸੀਂ 30 ਤੋਂ 35 ਮਿੰਟ ਮੈਮ ਨੇ ਲਿਖਿਆ ਹੈ, ਮੇਰੇ ਹਿਸਾਬ ਦੇ ਨਾਲ ਤੁਸੀਂ ਪੁੱਤਰ 30 ਮਿੰਟ ਤੱਕ, ਅੱਧੇ ਘੰਟੇ ਦੇ ਵਿੱਚ ਸਿਰਫ ਟਿਕ ਕਰਨੀ, ਜਾਂ ਇੱਕ ਵਰਡ ਦਾ ਆਨਸਰ ਹੈ ਜਾਂ ਇੱਕ ਲਾਈਨ ਦਾ ਆਨਸਰ ਹੈ, 30 ਮਿੰਟ ਦੇ ਵਿੱਚ ਪੇਪਰ ਸਟਾਰਟ ਹੋਣ ਤੋਂ ਤੁਹਾਡਾ ਇਹ ਖਤਮ ਹੋ ਜਾਣਾ ਚਾਹੀਦਾ ਹੈ। ਅਸੀਂ ਤੁਹਾਨੂੰ 1 ਮਿੰਟ ਪੈਟਰਨ ਵੀ ਦਿਖਾ ਰਹੇ ਹਾਂ ਬੱਚੇ। ਹਾਂਜੀ ਮੈਮ, ਇਹ ਵਾਲਾ ਸੈਕਸ਼ਨ ਫਸਟ A ਸੈਕਸ਼ਨ ਆ, ਪਹਿਲਾ ਸੈਕਸ਼ਨ ਹੈ ਜਿਹਦੇ ਵਿੱਚ 16 ਕੁਐਸਚਨਸ ਆਣਗੇ। ਜਿੱਦਾਂ ਕਿ ਤੁਹਾਨੂੰ ਪਹਿਲੇ ਮੈਂ ਵੀ ਦੱਸਿਆ, ਮੈਡਮ ਹੁਣਾਂ ਨੇ ਵੀ ਦੱਸਿਆ ਵੀ 6 ਮਲਟੀਪਲ ਚੁਆਇਸ ਕੁਐਸਚਨ, ਬਹੁ ਵਿਕਲਪੀ ਆਨਸਰ, ਵੀ ਇੱਕ ਕੁਐਸਚਨ ਉਹਦੀਆਂ 4 ਆਪਸ਼ਨਸ ਦਿੱਤੀਆਂ ਹੋਈਆਂ, ਚਾਰਾਂ ਚੋਂ ਤੁਸੀਂ ਇੱਕ ਠੀਕ ਕਰਨੀ ਹੈ। ਜਿੱਦਾਂ ਉਦਾਹਰਨ ਦੇ ਤੌਰ ਤੇ ਆਪਾਂ ਸੈਕਿੰਡ ਕੁਐਸਚਨ ਲੈਂਦੇ ਆ ਵੀ ਕਿਸ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸੰਬੰਧ ਹੈ ਹਨਾ ਜੀ। ਹੁਣ ਲੈਸਨ ਪਹਿਲਾ ਹੀ ਆਪਣਾ ਸੈਕਿੰਡ ਚੈਪਟਰ ਹੈ, ਇਹਦਾ ਆਨਸਰ ਲਾਸਕੀ ਹੈ। ਹੁਣ ਜੇ ਤੁਹਾਨੂੰ ਇਹ ਲੈਸਨ ਕੁਐਸਚਨ ਆਂਦਾ ਹੈਗਾ, ਤੁਸੀਂ ਧਿਆਨ ਨਾਲ ਪੜਿਆ ਹੋਇਆ, ਤਾਂ ਮੈਨੂੰ ਲੱਗਦਾ ਅੱਧੇ ਮਿੰਟ ਦੇ ਵਿੱਚ ਆਪਾਂ ਇਹ ਵਾਲਾ ਆਨਸਰ ਆਪਟ ਕਰ ਸਕਦੇ ਹਾਂ। ਸਾਰੇ ਕੁਐਸਚਨ ਉਤਾਰਨ ਦੀ ਜ਼ਰੂਰਤ ਨਹੀਂ। ਜੇ ਪਹਿਲਾ ਕੁਐਸਚਨ ਤੁਸੀਂ ਸਿਲੈਕਟ ਕੀਤਾ ਹੈ, ਪਹਿਲਾ ਕੁਐਸਚਨ ਤੁਸੀਂ ਅਟੈਂਪਟ ਕੀਤਾ ਵੀ ਇਹ ਕਰਨਾ ਹੈ, ਤਾਂ ਕੁਐਸਚਨਸ ਦੇ ਨੰਬਰ ਪਾ ਕੇ ਆਪਾਂ ਸਿੰਪਲ ਆਨਸਰ ਵੀ ਲਿਖ ਸਕਦੇ ਹਾਂ। ਹਾਂਜੀ ਬੇਟੇ, ਇਹ ਤੁਹਾਡੀ ਵੈਰੀ ਇੰਪੋਰਟੈਂਟ ਗੱਲ ਹੈ ਬਿੰਦੂ ਮੈਮ। ਮੈਨੂੰ ਲੱਗਦਾ ਬੱਚਿਆਂ ਨੂੰ ਜ਼ਰੂਰ ਦਸੀਏ ਕਿ ਬੱਚੇ ਕਈ ਵਾਰ ਪੂਰਾ ਕੁਐਸਚਨ ਉਤਾਰਨ ਲੱਗ ਜਾਂਦੇ। ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਬੇਟੇ ਨੰਬਰ 2 ਪਾ ਕੇ ਲਾਸਕੀ ਨੰਬਰ 2 ਐਡ ਆਊਟ, ਠੀਕ ਹੈ, ਜਾਂ ਲਾਸਕੀ ਨਾਲ ਲਿਖ ਸਕਦੇ ਹੋ। ਵੱਧ ਤੋਂ ਵੱਧ ਤੁਸੀਂ ਇੰਨਾ ਲਿਖ ਦੋਗੇ ਮੋਰ ਦੈਨ ਸਫੀਸ਼ੀਐਂਟ ਹੈ। ਕੁਐਸਚਨ ਨੂੰ ਦੁਬਾਰਾ ਲਿਖਣਾ ਜਾਂ ਕੁਐਸਚਨ ਦੇ 4 ਆਪਸ਼ਨ ਲਿਖਣ ਬੈਠਣਾ, ਇਦਾਂ ਦਾ ਤੁਸੀਂ ਸਮਾਂ ਖਰਾਬ ਨਹੀਂ ਕਰਨਾ ਬੱਚੇ। ਜਿਵੇਂ ਤੁਹਾਨੂੰ ਇਹ ਵੀ ਕੁਐਸਚਨ ਆ ਸਕਦੇ, ਜਾਂ ਤੁਹਾਨੂੰ ਇੱਕ ਲਾਈਨ ਦਾ ਕਿ ਦਾਸ ਕੈਪੀਟਲ ਨਾਮੀ ਪੁਸਤਕ ਦਾ ਲੇਖਕ ਕੌਣ ਹੈ, ਹੁਣ ਤੱਕ ਭਾਰਤ ਵਿੱਚ ਕਿੰਨੀਆਂ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਸੋ ਇਦਾਂ ਦਾ ਇੱਕ ਲਾਈਨ ਵਾਲਾ ਜਾਂ ਇੱਕ ਆਨਸਰ, ਇੱਕ ਵਰਡ ਵਾਲਾ ਆਨਸਰ ਵੀ ਤੁਹਾਨੂੰ 2 ਨੰਬਰ 'ਚ ਆ ਸਕਦਾ ਹੈ। ਤੇ ਅੱਗੇ ਜਿੱਦਾਂ ਕਿ ਤੁਹਾਨੂੰ ਮੈਮ ਨੇ ਦੱਸਿਆ ਕਿ ਠੀਕ ਗਲਤ ਵੀ ਆ ਸਕਦੇ ਹਨ। ਇਹਦੇ ਵਿੱਚ ਵੀ ਕੀ ਹੈ ਕਿ ਜਿਵੇਂ ਰਾਜਨੀਤਿਕ ਪ੍ਰਣਾਲੀ ਨਿਰੰਤਰ ਪ੍ਰਕਿਰਿਆ ਹੈ, ਠੀਕ ਹੈ ਜਾਂ ਗਲਤ ਹੈ, ਇਹ ਠੀਕ ਗਲਤ ਵੀ ਆ ਸਕਦੇ ਹਨ। ਇਸੇ ਤਰੀਕੇ ਦੇ ਨਾਲ ਫਿਲਅਪ ਵੀ ਤੁਹਾਨੂੰ ਆ ਸਕਦਾ ਹੈ, ਜਿੱਦਾਂ 1919 ਤੋਂ ਲੈ ਕੇ 1947 ਤੱਕ ਦੇ ਸਮੇਂ ਨੂੰ ਡੈਸ਼ ਸਮਾਂ ਕਿਹਾ ਜਾਂਦਾ ਹੈ। ਸੋ ਤੁਸੀਂ ਕੱਲਾ ਫਿਲਅਪ ਭਰਨਾ ਹੈ ਕਿ ਗਾਂਧੀਵਾਦ ਦਾ ਸਮਾਂ ਕਿਹਾ ਜਾਂਦਾ ਹੈ ਜਾਂ ਗਾਂਧੀ ਯੁੱਗ ਕਿਹਾ ਜਾਂਦਾ ਹੈ, ਉਹ ਫਿਲਅਪ ਵੀ ਆ ਸਕਦੇ ਹਨ। ਸੋ ਮੁੱਕਦੀ ਗੱਲ ਇਹ ਹੋ ਗਈ ਬਿੰਦੂ ਮੈਮ ਕਿ ਆਪਾਂ ਇਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 16 ਨੰਬਰ ਦੇ ਵਿੱਚ ਤੁਹਾਨੂੰ 4-5 ਤਰ੍ਹਾਂ ਦੇ ਕੁਐਸਚਨਸ ਆਣਗੇ, ਜਿਵੇਂ ਕਿ ਬਹੁ ਵਿਕਲਪੀ, ਹਾਂਜੀ, ਫਿਲਅਪ ਆ ਸਕਦਾ ਹੈ ਬੱਚੇ ਤੁਹਾਨੂੰ, ਰਾਈਟ ਰੋਂਗ ਆ ਸਕਦਾ ਹੈ ਤੁਹਾਨੂੰ। ਇਸ ਤੋਂ ਇਲਾਵਾ ਤੁਹਾਨੂੰ ਇੱਕ ਲਾਈਨ ਦਾ ਆਨਸਰ ਆ ਸਕਦਾ ਹੈ ਜਾਂ ਇੱਕ ਵਰਡ ਦਾ ਆਨਸਰ ਆ ਸਕਦਾ ਹੈ। ਸੋ 16 ਕੁਐਸਚਨ ਹੋਣਗੇ, 2 ਨੰਬਰ ਦੇ ਆਨਸਰਸ ਹੈਗੇ ਨੇ, 16 ਦੂਣੀ 32। ਇਹ ਤੁਹਾਡਾ ਪਹਿਲਾ ਪਾਰਟ ਕਵਰ ਹੋ ਜਾਏਗਾ। ਦੂਸਰੇ ਪਾਰਟ ਦੀ ਗੱਲ ਕਰਦੇ ਹਾਂ ਸੈਕਸ਼ਨ B ਦੀ। ਸੋ ਮੈਮ ਇਹ ਐਕਸਪਲੇਨ ਕਰੋ ਕਿ ਸੈਕਸ਼ਨ B ਦੇ ਵਿੱਚ ਇਹਨਾਂ ਨੇ ਕਿਵੇਂ ਕਰਨਾ ਹੈ ਤੇ ਕੀ ਕਰਨਾ ਹੈ। ਸੈਕਸ਼ਨ B ਦੇ ਵਿੱਚ ਛੋਟੇ ਕੁਐਸਚਨ ਆਣਗੇ,
8 ਕੁਐਸਚਨ ਹੋਣਗੇ ਟੋਟਲ। 8 ਦੇ ਵਿੱਚੋਂ ਤੁਸੀਂ ਬੜੇ ਧਿਆਨ ਨਾਲ ਦੇਖਣਾ ਵੀ 8 ਕੁਐਸਚਨ ਪਹਿਲੇ ਦੇਖ ਲਏ, ਜਿਹੜੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਕੁਐਸਚਨ ਆਉਂਦੇ ਆ ਆਪਾਂ ਸਿਰਫ ਉਹ ਚੋਂ 5 ਅਟੈਂਪਟ ਕਰਨੇ ਆ। ਔਰ ਕੁਐਸਚਨ ਜਿਹੜਾ ਇੱਕ ਕੁਐਸਚਨ ਹੈ ਉਹਦੇ 4 ਨੰਬਰ ਦਿੱਤੇ ਜਾਣਗੇ ਤੁਹਾਨੂੰ। ਹੁਣ ਇਹ ਤੁਹਾਡੀ ਰਾਈਟਿੰਗ ਸਕਿੱਲ ਦੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਇੱਕ ਕੁਐਸਚਨ ਨੂੰ ਕਿੰਨਾ ਟਾਈਮ ਲਗਾਉਂਦੇ ਹੋ, ਕਿਉਂਕਿ ਕਹਿੰਦੇ ਹੁੰਦੇ ਘਰ ਦੇ ਭਾਗ ਜਿਹੜੇ ਉਹ ਡੇਢੀ ਤੋਂ ਪਤਾ ਲੱਗ ਜਾਂਦੇ ਆ। ਜੇ ਤੁਹਾਡੀ ਹੈਂਡਰਾਈਟਿੰਗ ਬੱਚੇ ਵਧੀਆ ਆ, ਤੁਸੀਂ ਸਾਫ਼ ਸੁਥਰਾ ਲਿਖਦੇ ਆ, ਟੂ ਦਾ ਪੁਆਇੰਟ ਲਿਖਦੇ ਆ, ਜਿੰਨਾ ਰਿਕੁਆਇਰਡ ਆਨਸਰ ਜਿੱਦਾਂ 50 to 60 ਵਰਡਸ ਕਹੇ ਗਏ ਆ। ਹੁਣ ਆਪਾਂ ਉੱਥੇ ਸ਼ਬਦ ਗਿਣਨ ਨਹੀਂ ਲੱਗ ਜਾਣਾ ਵੀ 50 ਵਰਡ ਹੋ ਗਏ ਸਾਡਾ ਆਨਸਰ ਪੂਰਾ ਹੋਇਆ ਨਹੀਂ ਹੋਇਆ। ਤਾਂ ਆਪਾਂ ਥੋੜੇ ਵਰਡਸ ਦੇ ਵਿੱਚ ਬਹੁਤੀ ਗੱਲ ਕਹਿ ਦੇਣੀ, ਆਪਾਂ ਗਾਗਰ ਦੇ ਵਿੱਚ ਸਾਗਰ ਨੂੰ ਭਰਨਾ ਹੈ। ਬਿਲਕੁਲ। ਤਾਂ ਜਦੋਂ ਇਦਾਂ ਦੀ ਸਾਡੀ ਕੋਸ਼ਿਸ਼ ਰਹੂਗੀ ਤਾਂ ਮੈਨੂੰ ਲੱਗਦਾ ਵੀ ਅਸੀਂ ਇਹ ਵਾਲੇ ਕੁਐਸਚਨ ਦੇ ਵਿੱਚ ਪੂਰੇ ਮਾਰਕਸ ਵੀ ਲੈ ਸਕਦੇ ਹਾਂ। ਠੀਕ ਹੈ। 4 ਨੰਬਰ ਦਾ ਕੁਐਸਚਨ ਹੈ, 5 ਤੁਸੀਂ ਕੁਐਸਚਨ ਕਰਨੇ ਆ, 8 ਟੋਟਲ ਦਿੱਤੇ ਹੋਣੇ ਆ। ਤਾਂ ਇਹ 20 ਮਾਰਕਸ ਦੇ ਕੁਐਸਚਨ ਜਿਹੜੇ ਆ ਬੜੀ ਈਜ਼ੀਲੀ ਆਪਾਂ ਇਹ ਚੋਂ 20 ਨੰਬਰ ਵੀ ਲੈ ਸਕਦੇ ਹਾਂ। ਮੈਮ ਤੁਹਾਨੂੰ ਪਤਾ ਹੋਊਗਾ ਪਿਛਲੇ ਸਾਲ ਬੱਚਿਆਂ ਨੇ ਟਾਰਗੇਟ ਰੱਖਿਆ ਸੀ ਨਾ ਵੀ ਅਸੀਂ ਪੋਲ ਸਾਇੰਸ 100 ਚੋਂ 100 ਨੰਬਰ ਵੀ ਲਾਂਗੇ। ਬਹੁਤ ਬੱਚਿਆਂ ਦੇ ਬਹੁਤ ਸਟੂਡੈਂਟਸ ਤੇ ਮੈਨੂੰ ਵੀ ਫੋਨ ਆਏ ਨੇ ਕਿ ਮੈਮ ਸਾਡੇ 100 ਚੋਂ 100 ਨੰਬਰ ਆਏ ਨੇ। ਸੋ ਮੈਂ ਜ਼ਰੂਰ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਦੇ ਮੈਕਸਿਮਮ ਬੱਚਿਆਂ ਦੇ, ਮੈਂ ਆਪਣੀ ਸਕੂਲ ਦੇ ਵਿੱਚ ਵੀ ਇਸ ਵਾਰੀ ਇਹੀ ਏਮ ਕੀਤਾ ਹੈ ਕਿ ਆਈ ਡੋਂਟ ਵਾਂਟ 99 ਆਈ ਵਾਂਟ 100। ਤੇ ਬੱਚੇ ਇੱਕ ਮੈਂ ਤੁਹਾਨੂੰ ਹੋਰ ਵੀ ਜ਼ਰੂਰ ਦੱਸਾਂਗੀ ਕਿ 20 ਤਰੀਕ ਨੂੰ ਵੈਸੇ ਤੁਹਾਡਾ ਲਾਈਵ ਲੈਕਚਰ ਹਾਊ ਟੂ ਗੈਟ 100 ਮਾਰਕਸ ਇਨ ਪੋਲੀਟੀਕਲ ਸਾਇੰਸ ਐਂਡ ਇਨ ਐਨੀ ਸਬਜੈਕਟ, ਨਾਟ ਓਨਲੀ ਪੋਲੀਟੀਕਲ ਸਾਇੰਸ, ਇਹ ਸਾਡਾ ਐਜੂਸੈਟ ਦੇ ਉੱਤੇ ਲੈਕਚਰ ਹੈ। ਇਨ ਕੇਸ ਪੇਪਰਾਂ ਕਰਕੇ ਨਹੀਂ ਹੋ ਸਕਿਆ ਤਾਂ ਮੈਂ YouTube ਤੇ ਪਾਵਾਂਗੀ। ਇਹ ਜਿਹੜੇ ਬੱਚੇ ਮੈਕਸਿਮਮ 100 ਮਾਰਕਸ ਲੈਣਾ ਚਾਹੁੰਦੇ ਨੇ ਉਹ ਜ਼ਰੂਰ ਦੇਖਣ। ਠੀਕ ਹੈ ਜੀ। ਸੋ ਬੱਚੇ ਇੱਥੇ ਜਿਹੜਾ ਇਸ ਕੁਐਸਚਨ ਦੇ ਵਿੱਚ ਹੈ, ਮੈਮ ਇੱਕ ਗੱਲ ਜ਼ਰੂਰ ਦੱਸਾਂਗੀ, ਜਿਵੇਂ ਮੈਮ ਨੇ ਲਿਖਿਆ ਕਿ 6 ਤੋਂ 8 ਲਾਈਨਾਂ, ਉਹ ਕਈ ਵਾਰੀ ਬੱਚੇ ਲਾਈਨਾਂ ਗਿਣਨ ਬੈਠ ਜਾਂਦੇ ਨੇ। ਬੇਟੇ ਲਾਈਨਾਂ ਤੋਂ ਮਤਲਬ ਹੈਗਾ 17, ਕਿ ਤੁਹਾਡੀ ਇੱਕ 70 ਦਾ ਮਤਲਬ ਹੁੰਦਾ ਇੱਕ ਤੁਹਾਡੀ ਡੰਡੀ ਵਿਸ਼ਰਾਮ ਤੋਂ ਲੈ ਕੇ ਦੂਜੀ ਲਾਈਨ ਤੱਕ ਜਦੋਂ ਅਸੀਂ ਜਾਂਦੇ ਆ ਤਾਂ ਉਸ ਨੂੰ ਆਪਾਂ 70 ਕਹਿੰਦੇ ਆ। ਸੋ ਤੁਸੀਂ ਲਾਈਨਾਂ ਨਹੀਂ ਗਿਣਨੀਆਂ, 50-60 ਸ਼ਬਦ ਨਹੀਂ ਗਿਣਨੇ, ਪਰ ਤੁਹਾਡੇ 4 ਨੰਬਰ ਦਾ ਕੁਐਸਚਨ ਇੰਨਾ ਹੋਣਾ ਚਾਹੀਦਾ ਹੈ ਜੇ ਤਾਂ ਤੁਹਾਨੂੰ 4 ਪੁਆਇੰਟ ਪੁੱਛੇ ਹੋਣ। ਇੱਕ ਬਿੰਦੂ ਮੈਮ ਹੋਰ ਇਹਨਾਂ ਦਾ ਕੀ ਪ੍ਰੋਬਲਮ ਆਉਂਦੀ ਬੱਚਿਆਂ ਨੂੰ, ਕਈ ਵਾਰ ਪੁੱਛ ਲੈਂਦੇ ਵਿਦੇਸ਼ ਨੀਤੀ ਦੀਆਂ 4 ਵਿਸ਼ੇਸ਼ਤਾਵਾਂ ਦੱਸੋ। ਜੇ ਤਾਂ ਬੇਟੇ ਤੁਹਾਨੂੰ 4 ਪੁੱਛੇ ਨੇ ਪੁਆਇੰਟ, ਫਿਰ ਤਾਂ ਤੁਸੀਂ 4 ਹੀ ਲਿਖੋ। ਤੇ ਇਨ ਕੇਸ ਅਗਲਾ ਖੁੱਲਾ ਕੁਐਸਚਨ ਪਾ ਦਿੰਦਾ 4 ਨੰਬਰ 'ਚ ਅਗਲੇ ਨੇ ਕੁਐਸਚਨ ਪਾਤਾ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੱਸੋ। ਹੁਣ ਤੁਸੀਂ ਬੱਚੇ ਕਿੰਨਾ ਕਨਫਿਊਜ਼ ਹੋ ਗਏ ਕਿ ਕਿਹੜੀ ਦਸੀਏ ਕਿਹੜੀ ਨਹੀਂ। ਤਾਂ ਬੱਚੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਹਾਡੀਆਂ 8 ਤੋਂ 10 ਲਾਈਨਾਂ 10 ਹੋ ਜਾਣ, ਐਟ ਦਾ ਮੈਕਸ 11 ਹੋ ਜਾਣ, ਇਸ ਤੋਂ ਉੱਪਰ ਨਾ ਜਾਣਾ, ਕਿਉਂਕਿ ਜੇ ਤੁਸੀਂ 4 ਨੰਬਰ 'ਚ ਜ਼ਿਆਦਾ ਦੋਗੇ ਤੇ ਫਿਰ ਤੁਹਾਡਾ ਟਾਈਮ ਸ਼ਾਰਟ ਹੋ ਜਾਏਗਾ, ਤੁਹਾਡਾ ਬਾਕੀ ਪੇਪਰ ਰਹਿ ਜਾਏਗਾ। ਸੋ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਕੁਐਸਚਨ ਨੂੰ ਕਰਨਾ ਹੈ। ਇਹ ਤੁਹਾਨੂੰ ਮੈਮ ਸੈਂਪਲ ਕੁਐਸਚਨਸ ਵੀ ਦੱਸਣਗੇ। ਦੇਖੋ ਇਹਦੇ ਵਿੱਚ ਇੱਕ ਕੁਐਸਚਨ ਹੈਗਾ ਸੱਤਿਆਗ੍ਰਹਿ ਦੀਆਂ ਮੁੱਖ ਵਿਧੀਆਂ ਲਿਖੋ। ਬਿਲਕੁਲ ਇਦਾਂ ਦਾ ਕੁਐਸਚਨ ਆ ਗਿਆ, ਤੁਹਾਨੂੰ 6 ਵਿਧੀਆਂ ਯਾਦ ਆ। ਕੁਐਸਚਨ ਆਪਾਂ ਨੂੰ 4 ਨੰਬਰ ਦਾ ਪੁੱਛਿਆ ਗਿਆ, ਜੇ ਆਪਾਂ ਇਹਦੇ 4 ਪੁਆਇੰਟ ਦਵਾਂਗੇ ਤਾਂ ਸਾਨੂੰ 4 ਚੋਂ 4 ਮਿਲਣਗੇ। ਬਜਾਏ ਕਿ ਆਪਾਂ 6 ਲਿਖਣ ਲੱਗ ਜਾਈਏ, ਅਸੀਂ ਐਗਜ਼ਾਮੀਨਰ ਨੂੰ ਇਹ ਨਹੀਂ ਦੱਸਣਾ ਵੀ ਸਾਨੂੰ 6 ਪੁਆਇੰਟ ਆਉਂਦੇ ਆ, ਕਿਉਂਕਿ 6 ਲਿਖ ਦੋ 7 ਪੁਆਇੰਟ ਲਿਖ ਦੋ, ਨੰਬਰ ਤੁਹਾਨੂੰ 4 ਚੋਂ ਹੀ ਮਿਲਣੇ ਆ। ਤਾਂ ਇਸ ਕਰਕੇ ਇਸ ਚੀਜ਼ ਨੂੰ ਮਾਈਂਡ ਵਿੱਚ ਰੱਖਿਆ ਜਾਵੇ। ਭਾਰਤ ਵਿੱਚ ਚੋਣ ਵਿਧੀ ਦੀ 4 ਪੜਾਅ ਲਿਖੋ। ਹੁਣ ਆਪਾਂ 13-14 ਪੜਾਅ ਬੱਚਿਆਂ ਨੂੰ ਕਰਵਾਉਂਦੇ ਹਾਂ, ਹੈ ਨਾ ਜੀ। ਹੁਣ 13-14 ਪੜਾਅ ਜੇ ਬੱਚੇ ਤੁਸੀਂ ਲਿਖਣ ਲੱਗੋਗੇ ਤੁਹਾਡਾ ਟਾਈਮ ਵੇਸਟ ਹੋਊਗਾ, ਮਾਰਕਸ ਤੁਹਾਨੂੰ 4 ਚੋਂ ਹੀ ਮਿਲਣੇ ਆ। ਇਸ ਕਰਕੇ ਕੋਸ਼ਿਸ਼ ਕੀਤੀ ਜਾਵੇ ਵੀ ਜਿੰਨੀ ਗੱਲ ਪੁੱਛੀ ਗਈ ਹੈ ਉਹਨੇ ਨੂੰ ਹੀ ਵਧੀਆ ਸ਼ਬਦਾਂ ਦੇ ਵਿੱਚ ਲਿਖ ਦਿਓ। ਬਸ ਲਿਖੋ, ਬਹੁਤ ਬੇਟੇ ਜਾਨ ਪਾ ਦੇਣੀ ਹੈ। ਮੈਂ ਆਪਣੇ ਲੈਕਚਰ 'ਚ ਵੀ ਦੱਸਾਂਗੀ, ਤੁਸੀਂ 4 ਨੰਬਰ ਤੇ 6 ਨੰਬਰ ਦੇ ਪੇਪਰ ਦੇ ਆਪਣੇ ਆਨਸਰਸ ਵਿੱਚ ਇੰਨੀ ਕੁ ਜਾਨ ਇਹਨਾਂ ਨੂੰ ਬਿੰਦੂ ਮੈਂ ਪਾ ਦੇਣ ਕਿ ਬੰਦੇ ਨੂੰ ਐਗਜ਼ਾਮੀਨਰ ਨੂੰ ਪਤਾ ਲੱਗ ਜੇ ਕਿ ਇਹ ਕਿਸੇ ਬਹੁਤ ਵਧੀਆ ਇੰਟੈਲੀਜੈਂਟ ਘੈਂਟ ਜੇ ਬੱਚੇ ਦਾ ਪੇਪਰ ਹੈ। ਸੋ ਇੱਥੇ ਤੁਸੀਂ ਆਪਣੀ ਜੋ ਤੁਹਾਡੀ ਇੰਟੈਲੀਜੈਂਸ ਹੈ ਉਹ ਤੁਸੀਂ 4 ਤੇ 6 ਦੇ ਵਿੱਚ ਬੱਚੇ ਜ਼ਰੂਰ ਦਿਖਾਣੀ ਹੈ। ਸੋ 4 ਨੰਬਰ ਦਾ ਜੋ ਪਾਰਟ ਹੈ 4, 5, 20 ਇਹ ਤੁਸੀਂ ਯਾਦ ਰੱਖਣਾ ਹੈ। 8 ਕੁਐਸਚਨਸ ਹੋਣਗੇ ਜਿਨ੍ਹਾਂ 'ਚ ਤੁਸੀਂ 5 ਕਰਨੇ ਹੋਣਗੇ। ਅੱਗੇ ਆ ਗਿਆ ਤੁਹਾਡਾ ਸੈਕਸ਼ਨ ਸੀ। ਹਾਂਜੀ ਵਿਜੇ। ਸੈਕਸ਼ਨ ਸੀ ਦੇ ਵਿੱਚ 3 ਕੁਐਸਚਨ ਆਣੇ ਆ, ਉਹਨਾਂ ਦੇ ਵਿੱਚ 3 ਦੇ ਵੀ 6 ਬਣ ਜਾਣੇ। ਇੰਟਰਨਲ ਚੁਆਇਸ ਹੋਣੀ ਹੈ। ਜਿੱਦਾਂ ਪਾਰਟ 1 ਆ ਉਹਦਾ 3 ਨੰਬਰ ਕੁਐਸਚਨ ਹੈ, ਜਿਹੜਾ 3 ਦੇ ਵਿੱਚ ਉਹਨਾਂ ਨੇ 2 ਕੁਐਸਚਨ ਪਾ ਦੇਣੇ, ਵਿੱਚ ਤੁਹਾਨੂੰ ਆਪਸ਼ਨ ਆ ਜਾਣੀ ਜਾਂ ਉੱਪਰਲਾ ਹਿੱਸਾ ਕਰੋ ਜਾਂ ਨੀਚੇ ਵਾਲਾ ਪਾਰਟ ਕਰੋ। ਤਾਂ ਇਹਦੇ ਵਿੱਚ 6 ਕੁਐਸਚਨਾਂ ਚੋਂ ਤੁਸੀਂ 3 ਕੁਐਸਚਨ ਕਰਨੇ ਆ, ਔਰ ਇਹ ਕੁਐਸਚਨ ਜਿਹੜੇ ਆ ਉਹ 6-6 ਨੰਬਰ ਦੇ ਹੋਣਗੇ। 18 ਨੰਬਰ ਦਾ ਆਪਣਾ ਪੋਰਸ਼ਨ ਜਿਹੜਾ ਆ ਉਹ ਇਸ ਸੈਕਸ਼ਨਸ ਦੇ ਵਿੱਚ ਕਵਰ ਹੋਊਗਾ। ਠੀਕ ਹੈ ਜੀ। ਇਹ ਬੇਟੇ ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨਸ ਨੇ
ਇਹ ਤੁਸੀਂ 10 ਤੋਂ 20 ਲਾਈਨਾਂ, ਜੇ ਆਪਾਂ ਪੇਜਿਸ ਦੀ ਗੱਲ ਕਰੀਏ ਬਿੰਦੂ ਮੈਮ, ਜਿਹੜੀ ਇਹਨਾਂ ਦੀ ਐਗਜ਼ਾਮੀਨੇਸ਼ਨ ਦੀ ਸ਼ੀਟ ਹੁੰਦੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿੰਨੀ ਕੁ ਪੇਜਿਸ ਹੋਣੇ ਚਾਹੀਦੇ ਆ? ਮੈਨੂੰ ਲੱਗਦਾ ਹੈ 32 ਪੇਜਿਸ ਦੀ ਹੈ ਸ਼ਾਇਦ। ਨਹੀਂ, ਜੇ ਆਪਾਂ 6 ਨੰਬਰ ਦੇ ਕੁਐਸਚਨ ਨੂੰ ਕਰੀਏ, ਮੈਨੂੰ ਲੱਗਦਾ ਹੈ 2 ਤੋਂ 2.5 ਬਹੁਤ, 2 ਪੇਜ, 2 ਸਵਾ 2 2.5 ਪੇਜਿਸ ਤੱਕ ਬਹੁਤ ਹੈ। ਇਸ ਤੋਂ ਜ਼ਿਆਦਾ ਤੁਸੀਂ 6 ਮਾਰਕਸ ਦਾ ਕੁਐਸਚਨ ਵੀ ਨਹੀਂ ਲਿਖਣਾ। ਔਰ 6 ਮਾਰਕਸ ਦੇ ਕੁਐਸਚਨ ਨੂੰ ਬੱਚੇ, ਮੈਮ ਨੇ ਦੇਖੋ ਲਿਖਿਆ ਵੀ ਹੋਇਆ, ਟਾਈਮ ਫॉर ਅਟੈਂਪਟ 6 ਮਾਰਕਸ। ਇਹ ਨਾ ਸੋਚਿਓ ਇੱਕ ਕੁਐਸਚਨ 45 ਮਿੰਟ ਦਾ। ਨੋ ਬੇਟੇ, ਤੁਸੀਂ ਕੋਸ਼ਿਸ਼ ਕਰਨੀ ਹੈ 15 ਤੋਂ 20 ਮਿੰਟ, 20 ਵੀ ਲਾ ਸਕਦੇ ਹੋ, 22 ਵੀ ਲਾ ਸਕਦੇ ਹੋ। ਇਹ ਤੁਸੀਂ ਪਹਿਲਾਂ ਦੇਖੋ ਕਿ ਪਹਿਲਾਂ ਤੁਸੀਂ ਕਿੰਨਾ ਸਮਾਂ ਲਗਾ ਚੁੱਕੇ ਹੋ। ਸੋ 20-22 ਮਿੰਟ ਦੇ ਵਿੱਚ 15 ਤੋਂ 20-22 ਮਿੰਟ ਦੇ ਵਿੱਚ ਤੁਸੀਂ 6 ਨੰਬਰ ਦਾ ਆਪਣਾ ਇੱਕ ਕੁਐਸਚਨ ਕੰਪਲੀਟ ਕਰਨਾ ਹੈ। ਕਈ ਵਾਰੀ ਬਿੰਦੂ ਮੈਮ ਬੱਚੇ ਕੀ ਕਰਦੇ ਆ ਕਿ ਪਹਿਲਾ ਕੁਐਸਚਨ ਇੰਨਾ ਲੰਬਾ ਲਿਖ ਦਿੰਦੇ ਆ, ਦੂਸਰੇ ਦੋਆਂ ਦੇ ਲਈ ਇਹਨਾਂ ਨੂੰ ਸਮਾਂ ਹੀ ਨਹੀਂ ਮਿਲਦਾ। ਸੋ ਬੱਚੇ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਵੈਰੀ ਇੰਪੋਰਟੈਂਟ। ਜਿਸ ਤਰ੍ਹਾਂ ਮੈਂ ਦੱਸਿਆ ਕਿ ਨੰਬਰ ਤੁਹਾਨੂੰ 6 ਚੋਂ ਹੀ ਮਿਲਣੇ, 6 ਚੋਂ ਹੀ ਮਿਲਣੇ ਹੈ ਨਾ ਜੀ। ਚਾਹੇ ਤੁਸੀਂ ਪਹਿਲੇ ਕੁਐਸਚਨ ਨੂੰ 15 ਮਿੰਟ ਲਾਏ, ਦੂਜੇ ਨੂੰ 5 ਲਾ ਰਹੇ, ਕਿਉਂਕਿ ਐਗਜ਼ਾਮੀਨਰ ਨੇ ਸੇਮ ਉਹਦੇ ਨਾਲ ਹੀ ਦੇਖਣਾ ਪੇਪਰ, ਕਿਉਂਕਿ ਆਪਾਂ ਵੀ ਦੇਖਦੇ ਹੀ ਆ ਪੇਪਰ। ਪਹਿਲਾ ਕੁਐਸਚਨ ਬਹੁਤ ਵਧੀਆ ਲਿਖਿਆ ਹੁੰਦਾ ਬੱਚੇ ਨੇ, ਦੂਜੇ ਦੇ ਇਕੱਲੇ ਪੁਆਇੰਟ ਹੀ ਲਿਖੇ ਹੁੰਦੇ ਆ, ਤਾਂ ਫਿਰ ਟੀਚਰ ਦੀ ਵੀ ਮਜਬੂਰੀ ਬਣ ਜਾਂਦੀ ਵੀ ਹੁਣ ਇਹਦੇ ਨੰਬਰ ਦਈਏ ਕਿੱਦਾਂ। ਸੋ ਆਪਾਂ ਬੱਚੇ ਕੋਸ਼ਿਸ਼ ਇਹੀ ਕਰਨੀ ਹੈ ਕਿ ਜਿਹੜਾ 6 ਨੰਬਰ ਦਾ ਕੁਐਸਚਨ ਆ ਉਹਨੂੰ ਅਸੀਂ ਘੱਟੋ ਘੱਟ 15 ਤੋਂ 20 ਮਿੰਟ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੀਏ। 6 ਜੇ ਆਪਾਂ 4 ਮਾਰਕਸ ਲਈ ਤੁਹਾਨੂੰ ਦੱਸਿਆ ਵੀ 4 ਪੁਆਇੰਟ ਹੀ ਦਿਓ, ਤਾਂ ਜੇ 6 ਨੰਬਰ ਵਾਲਾ ਕੁਐਸਚਨ ਹੈਗਾ ਆ, ਜੇ ਉਹਦੇ ਵਿੱਚ ਸਮਝ ਲਓ ਤੁਹਾਨੂੰ ਪੁੱਛਿਆ ਵੀ ਚੋਣ ਪ੍ਰਕਿਰਿਆ ਕੀ ਹੁੰਦੀ ਹੈ ਤੇ ਇਸ ਦੇ ਮੁੱਖ ਪੜਾਅ ਲਿਖੋ। ਨੰਬਰਾਂ ਦੀ ਬਾਈਫਰਕੇਸ਼ਨ ਵੀ ਕੀਤੀ ਹੁੰਦੀ ਹੈ, 2 ਜਮਾ 4 ਵੀ ਕਈ ਵਾਰ ਲਿਖਿਆ ਹੁੰਦਾ। ਹਾਂ, ਇਸ ਗੱਲ ਨੂੰ ਵੀ ਬਿੰਦੂ ਮੈਮ ਇਹਨਾਂ ਨੂੰ ਇਹੀ ਦੱਸੀ ਹੈ ਕਿ ਬੜੇ ਧਿਆਨ ਨਾਲ ਤੁਸੀਂ ਦੇਖਣਾ ਹੈ। ਜਿਵੇਂ ਤੁਹਾਨੂੰ ਕਈ ਵਾਰ ਕੁਐਸਚਨ ਦੇ 6 ਨੰਬਰ ਵਾਲੇ ਦੇ 2 ਪਾਰਟ ਜ਼ਰੂਰ ਕੀਤੇ ਹੁੰਦੇ ਆ। ਵਿਦੇਸ਼ ਨੀਤੀ ਕੀ ਹੈ, ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ। ਤਾਂ ਇਹਦਾ ਮਤਲਬ ਵਿਦੇਸ਼ ਨੀਤੀ ਕੀ ਹੈ ਉਹ ਤੁਸੀਂ 2 ਨੰਬਰ ਦਾ ਦੱਸਣਾ ਹੈ, ਤੇ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਤੁਸੀਂ 4 ਨੰਬਰ ਦੀਆਂ ਦੱਸਣੀਆਂ। ਕਈ ਵਾਰੀ ਵੈਸੇ ਅਸੀਂ ਬੋਰਡ ਵਿੱਚ ਐਗਜ਼ਾਮੀਨਰ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਕੁਐਸਚਨ ਦੇ ਆਖਰ ਦੇ ਵਿੱਚ ਬਾਈਫਰਕੇਸ਼ਨ ਪਾਵੇ, ਪਰ ਕਈ ਵਾਰੀ ਕੋਈ ਨਹੀਂ ਪਾਉਂਦਾ, ਤਾਂ ਤੁਸੀਂ ਕੁਐਸਚਨ ਦੀ ਨੇਚਰ ਤੋਂ ਸਮਝਣਾ ਹੈ ਕਿ ਕਿਸ ਤਰ੍ਹਾਂ ਕਰਨਾ ਹੈ। ਇੱਕ ਬੱਚੇ 6 ਨੰਬਰ ਦੇ ਕੁਐਸਚਨ ਦੇ ਵਿੱਚ ਮੈਂ ਫੇਰ ਇਹੀ ਗੱਲ ਕਹਿ ਰਹੀ ਹਾਂ ਕਿ ਆਪਣੀ ਇੰਟੈਲੀਜੈਂਸ, ਆਪਣਾ ਹਾਰਡ ਵਰਕ ਸ਼ੋਅ ਕਰਨ ਦਾ ਤੁਹਾਨੂੰ ਮੈਨੂੰ ਲੱਗਦਾ ਪੂਰਾ ਮੌਕਾ ਦਿੱਤਾ ਜਾਏਗਾ। 6 ਨੰਬਰ ਦਾ ਕੁਐਸਚਨ ਜੇ ਤਾਂ ਸਿੱਧੇ ਹੀ ਚੱਕ ਕੇ ਤੇ 6 ਪੁਆਇੰਟ ਲਿਖਤੇ ਇਹ ਕੰਮ ਨਹੀਂ ਕਰਨਾ। ਮੈਂ ਆਪਣੇ ਲੈਕਚਰ ਦੇ ਵਿੱਚ ਤੁਹਾਨੂੰ ਬੜੀ ਡਿਟੇਲ 'ਚ ਦੱਸਾਂਗੀ। ਫਿਰ ਵੀ ਇੱਥੇ ਵੀ ਮੈਂ ਦੱਸ ਰਹੀ ਹਾਂ ਕਿ ਬੱਚੇ 6 ਨੰਬਰ ਦਾ ਕੁਐਸਚਨ 'ਚ ਪ੍ਰੋਪਰ ਇੰਟਰੋਡਕਸ਼ਨ ਥੋੜੀ ਜੀ ਔਰ ਪ੍ਰੋਪਰ ਸਮ ਅਪ ਕਨਕਲੂਜਨ ਤੁਸੀਂ ਜ਼ਰੂਰ ਦੇਣਾ ਹੈ। ਔਰ 6 ਨੰਬਰ ਦਾ ਤੁਹਾਡਾ ਕੋਈ ਇੰਪੋਰਟੈਂਟ ਗੱਲ ਲਿਖੀ ਹੈ, ਕੋਈ ਇੰਪੋਰਟੈਂਟ ਡੈਫੀਨੇਸ਼ਨ ਦਿੱਤੀ ਹੈ, ਕੋਈ ਇੰਪੋਰਟੈਂਟ ਕੋਟਸ ਦਿੱਤੇ ਹੈ, ਤਾਂ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਲਿਖਦੇ ਟਾਈਮ ਵੇਸਟ ਨਹੀਂ ਕਰਨਾ। ਮੀਨਾਕਾਰੀ ਕਰਨ ਨੂੰ ਨਹੀਂ ਮੈਂ ਕਹਿ ਰਹੀ ਬੇਟੇ, ਜਸਟ ਉਹਨੂੰ ਅੰਡਰਲਾਈਨ ਜ਼ਰੂਰ ਕਰਨਾ ਹੈ ਤਾਂ ਕਿ ਐਗਜ਼ਾਮੀਨਰ ਦੀ ਨਜ਼ਰ ਉਸ ਦੇ ਉੱਤੇ ਜ਼ਰੂਰ ਜਾਏ। ਸੋ ਲਓ ਮੈਮ ਤੁਹਾਨੂੰ ਹੁਣ ਕੁਐਸਚਨਸ ਵੀ ਦੱਸ ਦੇਣਗੇ ਕਿ ਕਿੱਦਾਂ ਦੇ ਆਣਗੇ। ਹਾਂਜੀ, ਦੇਖੋ ਜਿਸ ਤਰ੍ਹਾਂ ਕੁਐਸਚਨ ਹੈਗਾ, ਲੋਕ ਮਤ ਤੋਂ ਤੁਹਾਡਾ ਕੀ ਭਾਵ ਹੈ? ਲੋਕ ਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਸਾਧਨਾਂ ਦਾ ਵਰਣਨ ਕਰੋ, ਹੈ ਨਾ। ਇੱਥੇ ਹੁਣ 2 ਚੀਜ਼ਾਂ ਤੁਹਾਡੇ ਤੋਂ ਪੁੱਛੀਆਂ ਗਈਆਂ। ਪਹਿਲੇ ਤੁਸੀਂ ਲੋਕ ਮਤ ਦਾ ਮਤਲਬ ਦੱਸਣਾ ਆ, ਇਹਦਾ ਅਰਥ ਦੱਸਣਾ ਆ। ਜੇ ਕੋਈ ਤੁਹਾਨੂੰ ਪਰਿਭਾਸ਼ਾ ਯਾਦ ਹੈ ਤੁਸੀਂ ਉਹ ਮੈਂਸ਼ਨ ਕਰ ਸਕਦੇ ਹੋ। ਜਿੱਦਾਂ ਮੈਡਮ ਨੇ ਦੱਸਿਆ ਵੀ ਪਹਿਲੇ ਆਪਾਂ ਭੂਮਿਕਾ ਲਿਖਣੀ ਹੈ, ਇੰਟਰੋਡਕਸ਼ਨ ਦੇਣੀ ਹੈ, ਕਿਉਂਕਿ ਕਹਿੰਦੇ ਹੁੰਦੇ ਫਰਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ, ਹੈ ਨਾ ਜੀ। ਤਾਂ ਜੇ ਤੁਸੀਂ ਇਦਾਂ ਦੀ ਇੰਟਰੋਡਕਸ਼ਨ ਪਹਿਲੇ ਕੁਐਸਚਨ 'ਚ ਦਿੱਤੀ ਹੋਈ ਹੈ, 2 ਨੰਬਰ ਤੁਹਾਡੇ ਕਿਸੇ ਵੀ ਕੀਮਤ 'ਚ ਨਹੀਂ ਕੱਟਣਗੇ ਜੇ ਤੁਸੀਂ ਲੋਕ ਮਤ ਦਾ ਅਰਥ ਦੱਸਿਆ ਹੋਗੇ, ਹੈ ਨਾ। ਜੇ ਮੈਂ ਆਪਣੇ ਬੱਚਿਆਂ ਨੂੰ ਦੱਸਦੀ ਹੁੰਦੀ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾ ਵੀ ਪਤਾ ਨਹੀਂ ਕਿਹੜਾ ਪਹਾੜ ਡਿੱਗ ਗਿਆ ਸਾਡੇ ਤੇ, ਕਿਹੜੀ ਔਖੀ ਗੱਲ ਪੁੱਛ ਲਈ। ਪਹਿਲੇ ਕੁਐਸਚਨ ਨੂੰ ਧਿਆਨ ਨਾਲ ਪੜੋ। ਲੋਕ ਮਤ, ਜੇ ਆਪਾਂ ਇਹਨਾਂ ਦਾ ਹਿੰਦੀ ਵਿੱਚ ਪੰਜਾਬੀ 'ਚ ਜਿੱਦਾਂ ਆਪਾਂ ਨੂੰ ਸੰਧੀ ਵਿਛੇਦ ਦੱਸਦੇ ਆ ਵੀ ਲੋਕਾਂ ਦੇ ਮਤ ਨੂੰ ਲੋਕ ਮਤ ਕਹਿੰਦੇ ਆ, ਹਨਾ। ਸਿੰਪਲ ਜਿਹਾ ਮੀਨਿੰਗ ਜੇ ਆਪਾਂ ਦੱਸਣਾ ਹੋਵੇ ਤਾਂ ਆਪਾਂ ਏਦਾਂ ਦੱਸ ਸਕਦੇ ਆ। ਉਸ ਤੋਂ ਬਾਅਦ ਫਿਰ ਤੁਸੀਂ ਪ੍ਰਗਟਾਵੇ ਦੇ ਤੇ ਜਿਹੜੇ ਨਿਰਮਾਣ ਦੇ ਇਹਦੇ ਸਾਧਨ ਆ, ਜਿੱਦਾਂ ਲੋਕ ਮਤ ਆਪਾਂ ਵੋਟਾਂ ਦੇ ਵਿੱਚ ਦਿਖਾ ਸਕਦੇ ਆ, ਅਖਬਾਰਾਂ ਦੇ ਥਰੂ, ਲੈਕਚਰਸ ਦੇ ਥਰੂ, ਅਲੱਗ-ਅਲੱਗ ਡਿਫਰੈਂਟ ਮੀਨਸ ਹੈਗੇ ਆ ਜਿਹੜੇ ਕਿ ਅਸੀਂ ਕਿਤਾਬਾਂ ਦੇ ਵਿੱਚ ਤੁਹਾਨੂੰ ਸਾਰਾ ਸਾਲ ਅਲੱਗ-ਅਲੱਗ ਤਰੀਕੇ ਨਾਲ ਕਰਾਉਂਦੇ ਰਹੇ ਆ। ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਬੇਟਾ ਮਾਈਂਡ 'ਚ ਰੱਖਣਾ ਹੈ। ਜੇ 2 ਤਰ੍ਹਾਂ ਦਾ ਕੁਐਸਚਨ, 2 ਅਲੱਗ-ਅਲੱਗ ਚੀਜ਼ਾਂ ਪੁੱਛੀਆਂ ਗਈਆਂ ਤਾਂ ਉਹ ਦੋਨੋਂ ਤੁਹਾਨੂੰ ਕਵਰ ਕਰਨੀਆਂ ਪੈਣਗੀਆਂ। ਹੁਣ ਮੈਡਮ ਆਪਾਂ ਸੈਕਿੰਡ ਪਾਰਟ ਦੇਖਦੇ ਹਾਂ, ਜਿੱਦਾਂ ਮਾਰਕਸਵਾਦ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ। ਦੇਖੋ ਓਪਨ ਕੁਐਸਚਨ ਹੈ ਮਾਰਕਸਵਾਦ, ਪਰ ਤੁਸੀਂ ਸ਼ੁਰੂ ਦੇ ਵਿੱਚ ਮੈਨੂੰ ਲੱਗਦਾ ਬਿੰਦੂ ਮੈਮ ਜੇ ਮੈਂ ਹੋਵਾਂ ਤਾਂ ਇਸ ਕੁਐਸਚਨ ਦੇ ਸ਼ੁਰੂ ਵਿੱਚ ਵੀ
ਕਾਰਲ ਮਾਰਕਸ ਦੇ ਬਾਰੇ ਵਿੱਚ ਦੋ ਗੱਲਾਂ ਕਿ ਕੌਣ ਸੀ ਹਾਂਜੀ। ਤੇ ਜਰੂਰ ਦੱਸਾਂ ਤੇ ਕਾਰਲ ਮਾਰਕਸ ਨੇ ਮਾਰਕਸਵਾਦ ਨੂੰ ਸਾਮਵਾਦ ਦੇ ਵਿਚਾਰਾਂ ਨੂੰ ਜਨਮ ਦਿੱਤਾ। ਹਾਂਜੀ। ਉਸ ਤੋਂ ਬਾਅਦ ਬੇਟੇ ਇੰਟਰੋਡਕਸ਼ਨ ਤੋਂ ਬਾਅਦ ਤੁਸੀਂ ਸਿਧਾਂਤ, ਹੁਣ ਇਹਦੇ ਤੁਸੀਂ ਦੋ ਕੰਮ ਕਰ ਸਕਦੇ ਹੋ, ਜਾਂ ਤਾਂ ਤੁਸੀਂ 6 ਸਿਧਾਂਤ ਦੇ ਕੇ ਉਹਨਾਂ ਦੀ ਡਿਟੇਲ ਕਰ ਸਕਦੇ ਹੋ, 6 ਪੁਆਇੰਟ ਦੇ ਕੇ ਵਾਧੂ ਮੁੱਲ ਦੇਤਾ ਕੁਝ ਦੇਤਾ ਤੇ 6 ਸਿਧਾਂਤ ਦੇ ਸਕਦੇ ਹੋ। ਅਦਰਵਾਈਜ਼ ਦੂਸਰਾ ਕੰਮ ਇਹ ਵੀ ਕਰ ਸਕਦੇ ਹੋ, ਕਈ ਬੱਚੇ ਕਿ ਸਿਧਾਂਤ 7-8 ਦੇ ਦਿੰਦੇ ਨੇ ਔਰ ਪੁਆਇੰਟ ਥੋੜੇ ਛੋਟੇ ਕਰ ਦਿੰਦੇ ਆ। ਹਾਂਜੀ, ਤਾਂ ਉਹ ਵੀ ਬੱਚੇ ਕੋਈ ਐਸੀ ਗੱਲ ਨਹੀਂ, ਉਹਦੇ ਚ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੱਚੇ ਨੂੰ ਇਹ ਇੰਨੇ ਪੁਆਇੰਟਸ ਆਂਦੇ ਆ ਔਰ ਕੁਐਸਚਨ ਦੀ ਲੈਂਥ ਵੀ ਤੁਹਾਡੀ ਸ਼ੋ ਕਰ ਦਿੰਦੀ ਹੈ। ਸੋ ਇਸ ਤਰ੍ਹਾਂ ਵੀ ਦੇ ਸਕਦੇ ਹੋ। ਹੋਰ ਮੈਮ ਤੁਸੀਂ ਇਹਦੇ ਚ ਕੀ ਦੱਸਣਾ ਚਾਹੋਗੇ ਬੱਚਿਆਂ ਨੂੰ? ਮੈਮ ਜਿਸ ਤਰ੍ਹਾਂ ਆਪਾਂ ਮਾਰਕਸ ਦੀ ਗੱਲ ਕਰਦੇ ਹਾਂ ਹਨਾ, ਇਹਦੀ ਫਿਲਾਸਫੀ ਬਿਲਕੁਲ ਹੀ ਡਿਫਰੈਂਟ ਹੈ। ਬਿਲਕੁਲ ਹਨਾ ਜੀ, ਔਰ ਇੰਨੀ ਵਧੀਆ ਇੰਟਰਸਟਿੰਗ ਵੇ ਨਾਲ ਮੈਨੂੰ ਲੱਗਦਾ ਸਾਰੇ ਟੀਚਰ ਬੜਾ ਵਧੀਆ ਕਰਾਉਂਦੇ ਆ। ਮਾਰਕਸ ਤਾਂ ਨਾ ਇੱਕ ਹੀਰੋ ਦੇ ਰੂਪ ਚ ਉੱਭਰਦਾ ਹੈ ਜਦੋਂ ਆਪਾਂ ਇਹ ਲੈਸਨ ਸ਼ੁਰੂ ਕਰਦੇ ਆ ਹਨਾ। ਜਦੋਂ ਟੀਚਰ ਹੌਲੀ ਹੌਲੀ ਦੱਸਦੇ ਆ ਵੀ ਮਾਰਕਸ ਨੇ ਕਿੱਦਾਂ ਦਵੰਦਵਾਦ ਤੇ ਗੱਲਾਂ ਕੀਤੀਆਂ, ਵਾਧੂ ਮੁੱਲ ਦਾ ਸਿਧਾਂਤ ਕੀ ਹੈਗਾ ਆ, ਤਾਂ ਕਾਰਲ ਮਾਰਕਸ ਬਾਰੇ ਜਿੱਦਾਂ ਮੈਡਮ ਨੇ ਹੀ ਦੱਸਿਆ ਵੀ ਆਪਾਂ ਦੱਸ ਸਕਦੇ ਆ ਜੀ ਇਹ ਇਸ ਤਰੀਕ ਨੂੰ ਪੈਦਾ ਹੋਏ, ਕਿੱਥੇ ਪੈਦਾ ਹੋਏ, ਕਿੱਦਾਂ ਦੀ ਇਹਨਾਂ ਦੀ ਸੋਚ ਸੀ, ਫਿਰ ਇਹਨਾਂ ਦੀ ਕਿਤਾਬਾਂ ਦੇ ਆਪਾਂ ਇੱਕ ਦੋ ਨਾਮ ਦੱਸ ਸਕਦੇ ਹਾਂ, ਫਿਰ ਆਪਾਂ ਸਿਧਾਂਤਾਂ ਦੇ ਉੱਤੇ ਜਾ ਸਕਦੇ ਹਾਂ। ਔਰ ਇਹਦੇ ਸਿਧਾਂਤ ਤਾਂ ਮੈਨੂੰ ਲੱਗਦਾ ਸਾਰੇ ਬੱਚਿਆਂ ਨੂੰ, ਇਕੱਲੇ ਸਾਡੇ ਸਕੂਲ ਦਿਆਂ ਨੂੰ ਨਹੀਂ, ਸਾਰੇ ਬੱਚਿਆਂ ਨੂੰ, ਕਿਉਂਕਿ ਹਰੇਕ ਟੀਚਰ ਆਪਣੇ ਵੱਲੋਂ ਦਾ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਆਸ ਹੈ ਵੀ ਤੁਸੀਂ ਕਾਰਲ ਮਾਰਕਸ ਨੂੰ ਵਧੀਆ ਤਰੀਕੇ ਨਾਲ ਪੜ੍ਹ ਕੇ ਉਹਨੂੰ ਡਿਪਿਕਟ ਵੀ ਵਧੀਆ ਢੰਗ ਨਾਲ ਹੀ ਕਰੋਗੇ। ਠੀਕ ਹੈ ਬੇਟੇ, ਇੱਕ ਤੁਹਾਨੂੰ ਮੈਂ ਹੋਰ ਦੱਸਣਾ ਚਾਹਾਂਗੀ ਕਿ 4 ਨੰਬਰ ਦੇ ਤੇ 6 ਨੰਬਰ ਦੇ ਇੰਪੋਰਟੈਂਟ ਕੁਐਸਚਨਸ ਜਿਹੜੇ ਨੇ ਉਹ ਜਸਪ੍ਰੀਤ ਮੈਮ ਦਾ ਇੱਕ ਲੈਕਚਰ ਹੈ 27 ਨੂੰ ਹੈ। ਇਨ ਕੇਸ ਉਹ ਵੀ ਪੇਪਰਾਂ ਕਾਰਨ ਨਹੀਂ ਹੁੰਦਾ ਤਾਂ ਮੈਂ ਕੋਸ਼ਿਸ਼ ਕਰਾਂਗੇ ਅਸੀਂ ਕਿ ਇਹਨੂੰ ਫਰਵਰੀ ਚ ਪਾਈਏ ਤੇ ਉਹ ਵੀ ਤੁਸੀਂ ਦੇਖਣਾ ਹੈ। ਅਦਰਵਾਈਜ਼ ਜਿਵੇਂ ਕਾਰਲ ਮਾਰਕਸ ਦੇ ਸਿਧਾਂਤ ਨੇ, ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਨੇ, ਇਹਦੇ ਬੇਟੇ ਜਿਹੜੇ ਇੱਕ ਇੰਡੀਵਿਜੂਅਲ ਪੁਆਇੰਟ ਹੈ, ਗੁੱਟ ਨਿਰਲਪਤਾ ਹੈ, ਪੰਚਸ਼ੀਲ ਹੈ, ਇਧਰੋਂ ਕਾਰਲ ਮਾਰਕਸ ਦਾ ਵਾਧੂ ਮੁੱਲ ਦਾ ਸਿਧਾਂਤ ਹੈ, ਦਵੰਦਵਾਦ ਹੈ, ਇਹ 4 ਨੰਬਰ ਲਈ ਵੀ ਤਿਆਰ ਕਰੋ ਤੇ 6 ਨੰਬਰ ਲਈ ਵੀ ਤਿਆਰ ਕਰੋ। ਮਤਲਬ ਜੇ ਤੁਸੀਂ ਮਾਰਕਸ ਦੇ 6 ਸਿਧਾਂਤ ਯਾਦ ਕਰ ਲਿਓ, ਤੁਹਾਡੇ 4 ਨੰਬਰ ਨੂੰ ਵੀ ਕਵਰ ਕਰ ਜਾਣਗੇ ਤੇ 6 ਨੰਬਰ ਨੂੰ ਵੀ ਕਵਰ ਕਰ ਜਾਣਗੇ। ਸੋ ਇਹ 3 ਹੋਣਗੇ, 3 ਕੁਐਸਚਨ ਤੁਸੀਂ ਕਰਨੇ ਆ। ਜਾਂ ਦਾ ਮਤਲਬ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰੋ। ਸੋ ਇਹਨੂੰ ਤੁਸੀਂ ਅੱਛੀ ਤਰ੍ਹਾਂ ਕਰ ਲੈਣਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਚੌਥੇ ਪਾਰਟ ਦੀ। ਹਾਂਜੀ ਮੈਮ, 4th ਪਾਰਟ ਦੱਸੋ ਜੀ। 4th ਪਾਰਟ ਦੇ ਵਿੱਚ ਬੇਟੇ ਆਪਣਾ 6th ਕੁਐਸਚਨ ਬਣ ਜਾਂਦਾ ਇਹ, ਔਰ ਮੈਨੂੰ ਲੱਗਦਾ ਇਹ ਸਭ ਤੋਂ ਸੌਖਾ ਪਾਰਟ ਆ। ਬਿਲਕੁਲ, ਡਿਊ ਟੂ ਕਰੋਨਾ, ਜਦੋਂ ਕਰੋਨਾ ਹੋਇਆ ਸੀਗਾ ਤਾਂ ਬੱਚਿਆਂ ਦੇ ਸਿਲੇਬਸ ਨੂੰ ਪੜ੍ਹਾਈ 'ਚ ਧਿਆਨ ਰੱਖ ਕੇ, ਕਿਉਂਕਿ ਆਨਲਾਈਨ ਪੜ੍ਹਾਈ ਦੇ ਆਪਣੇ ਫਾਇਦੇ ਆ, ਜਿਹੜਾ ਆਪਾਂ ਮੈਡਮ ਕੋਲ ਬਹਿ ਕੇ ਨਿਆਣਿਆਂ ਨੂੰ ਪੜ੍ਹਾ ਲੈਣਾ, ਕੁਛ ਉਹਨਾਂ ਨੇ ਸਾਡੇ ਤੋਂ ਪੁੱਛ ਲੈਣਾ, ਅਸੀਂ ਉਹਨਾਂ ਨੂੰ ਦੱਸ ਦੇਣਾ, ਕਿਉਂਕਿ ਇਹਦੇ ਵਿੱਚ ਕੋਈ ਨੈਟਵਰਕ ਦਾ ਚੱਕਰ ਨਹੀਂ ਹੁੰਦਾ, ਸਿੱਧਾ ਲਿੰਕ ਹੁੰਦਾ ਸਾਡਾ ਬੱਚਿਆਂ ਨਾਲ। ਤਾਂ ਉਸ ਕਰਕੇ ਇਹ ਵਾਲਾ ਕੁਐਸਚਨ ਰੱਖਿਆ ਗਿਆ ਸੀ। ਪਰ ਹੁਣ ਇਸ ਕੁਐਸਚਨ ਦੇ ਨਾਲ ਬੱਚਿਆਂ ਦੀ ਜਿਹੜੀ ਅੰਡਰਸਟੈਂਡਿੰਗ ਲੈਵਲ ਦਾ ਵੀ ਪਤਾ ਲੱਗਦਾ। ਇੱਕ ਤਾਂ ਬੱਚਿਆਂ ਦੀ ਰੀਡਿੰਗ ਸਕਿੱਲ ਡਿਵੈਲਪ ਹੁੰਦੀ ਹੈ, ਵੀ ਬੱਚੇ ਧਿਆਨ ਨਾਲ ਪੜ੍ਹਦੇ ਆ। ਪੂਰਾ ਪੈਰਾ ਬੇਟਾ ਧਿਆਨ ਨਾਲ ਪੜ੍ਹਨਾ ਆ। ਪੈਰੇ ਦੇ ਵਿੱਚੋਂ ਹੀ ਤੁਹਾਨੂੰ 4 ਜਾਂ 5 ਕੁਐਸਚਨਸ ਹੁੰਦੇ ਆ, 5 ਹੁੰਦੇ ਆ ਤੇ ਉਹ ਕੁਐਸਚਨ 2-2 ਨੰਬਰ ਦੇ ਆ। ਉਹ ਤਾਂ ਨਾ, ਜੇ ਤੁਸੀਂ ਇਹ ਵਾਲਾ ਕੁਐਸਚਨ ਸਭ ਤੋਂ ਆਸਾਨ ਔਰ ਪੂਰਾ ਸਕੋਰਿੰਗ ਹੈ। ਮੇਰੇ ਕੋਲ ਜਿੰਨੀ ਕੁ ਵਾਰੀ 10 ਚੋਂ 10 ਮਿਲਦੇ ਆ, ਔਰ ਮੈਂ ਜਿੰਨੀ ਵਾਰੀ ਪੇਪਰ ਚੈੱਕ ਕੀਤਾ ਅਸੀਂ 10 ਚੋਂ 10 ਹੀ ਦੇਈਦੇ ਬੱਚਿਆਂ ਨੂੰ, ਜੇ ਤੁਹਾਡਾ ਬਿਲਕੁਲ ਠੀਕ ਹੈ। ਇਹਦੇ ਵਿੱਚ ਕੋਈ ਆਪਾਂ ਗੱਪ ਨਹੀਂ ਮਾਰਨੀ, ਕੋਈ ਪੁਆਇੰਟ ਇਧਰੋਂ ਉਧਰੋਂ ਨਹੀਂ ਅਸੀਂ ਲਿਖਣਾ। ਜੋ ਤੁਹਾਡੇ ਪੈਰਾਗ੍ਰਾਫ 'ਚ ਦਿੱਤਾ ਗਿਆ ਤੁਸੀਂ ਉਹੀ ਵਾਲਾ ਕੁਐਸਚਨ ਆਨਸਰ ਇਹਦੇ ਵਿੱਚ ਮੈਂਸ਼ਨ ਕਰਨਾ ਹੈ। ਤਾਂ ਇਹ ਬੜਾ ਸਕੋਰਿੰਗ ਹੈ, ਬੜੇ ਧਿਆਨ ਨਾਲ ਇਹ ਵਾਲਾ ਪੈਰਾ ਬਹੁਤ ਈਜ਼ੀ ਹੈ। ਹਾਂਜੀ, ਈਜ਼ੀ ਹੈ। ਆ ਦੇਖੋ, ਤੁਹਾਨੂੰ ਅਸੀਂ ਇੱਕ ਸੈਂਪਲ ਵੀ ਦਿੱਤਾ ਹੈ ਕਿ ਪੈਰਾ ਦਿੱਤਾ ਹੋਇਆ ਹੈ। ਜੇ ਪੈਰੇ ਨੂੰ ਧਿਆਨ ਨਾਲ ਪੜੋ ਤੇ ਸੰਸਦ ਦੀਆਂ ਚੋਣਾਂ ਕੌਣ ਕਰਾਂਦਾ ਹੈ, ਤੇ ਉੱਪਰ ਹੀ ਲੱਭ ਲਓ ਵੀ ਕੌਣ ਕਰਵਾਉਂਦਾ ਹੈ। ਦੱਸੋ ਜੀ। ਹਾਂਜੀ, ਚੋਣ ਕਮਿਸ਼ਨ ਸੰਸਦ ਦੇ ਦੋਨਾਂ ਸਦਨਾਂ, ਲੋਕ ਸਭਾ ਤੇ ਰਾਜ ਸਭਾ ਦੀ ਚੋਣਾਂ ਦਾ ਪ੍ਰਬੰਧ ਕਰਦਾ ਹੈ। ਦੱਸੋ ਕਿੰਨਾ ਸੌਖਾ ਹੈ। ਠੀਕ ਹੈ ਜੀ। ਲੋਕ ਸਭਾ ਦੇ ਸਧਾਰਨ ਹਾਲਤਾਂ ਵਿੱਚ ਮਿਆਦ ਕਿੰਨੀ ਹੁੰਦੀ ਹੈ ਉਹ ਦੇਖਿਆ। ਲੋਕ ਸਭਾ ਆਮ ਤੌਰ ਤੇ 5 ਸਾਲ ਤੋਂ ਬਾਅਦ ਚੋਣਾਂ, ਇਹਦਾ ਮਤਲਬ ਮਿਆਦ ਕਿੰਨੀ ਹੈ? 5 ਸਾਲ ਹੈ। ਸੋ ਬੱਚੇ ਆ ਦੇਖੋ ਕਿੰਨਾ ਈਜ਼ੀ, ਉੱਪਰ ਹੀ ਪੈਰਾ ਹੋਏਗਾ, ਪੈਰੇ ਦੇ ਨੀਚੇ ਕੁਐਸਚਨ ਹੋਣਗੇ। ਉਹ ਯਾਦ ਰੱਖਣਾ, 2-2 ਨੰਬਰ ਦਾ ਹੋਏਗਾ ਕੁਐਸਚਨ। 5 ਕੁਐਸਚਨਸ ਹੋਣਗੇ। ਇਹਦੇ ਵਿੱਚ ਮੈਚ ਦਾ ਕਾਲਮ ਵੀ ਹੋ ਸਕਦਾ ਹੈ। ਠੀਕ ਹੈ, ਮੈਚ ਦਾ ਕਾਲਮ ਵੀ ਹੋ ਸਕਦਾ ਹੈ, ਫਿਲਅਪ ਵੀ ਹੋ ਸਕਦਾ ਹੈ, ਸਿੰਪਲ ਕੁਐਸਚਨ ਵੀ ਹੋ ਸਕਦਾ ਹੈ। ਇਹ ਤਾਂ ਮੈਨੂੰ ਲੱਗਦਾ 10 ਮਾਰਕਸ ਤੁਹਾਡੇ ਬਿਲਕੁਲ ਮੁਫਤ ਦੇ ਨੇ, ਬਿਲਕੁਲ ਜਿਹਨੂੰ ਕਹਿੰਦਾ ਖੁੱਲੇ ਗੱਫੇ ਨੇ ਬੱਚੇ। ਇਹ 10 ਚੋਂ 10 ਨੰਬਰ ਤੁਸੀਂ ਸਾਰਿਆਂ ਨੇ ਲੈਣੇ ਹੀ ਲੈਣੇ ਨੇ। ਇਹਦੇ ਵਿੱਚੋਂ ਕੋਈ ਨੰਬਰ ਨਾ ਕੱਟਣਾ ਤੇ ਨਾ ਆਪਾਂ ਨੇ ਕੱਟਣ ਦੇਣਾ। ਸੋ ਇਹਨੂੰ ਧਿਆਨ ਨਾਲ ਦੇਖ ਲਓ ਬੱਚੇ। ਹਾਂਜੀ, ਨਾ ਕੋਈ ਕੁਐਸਚਨ ਛੱਡਣਾ ਇਹਦੇ ਵਿੱਚੋਂ, ਛੱਡਣਾ ਵੀ ਨਹੀਂ ਬੱਚੇ, ਕਿਉਂਕਿ ਸਾਰੇ ਆਨਸਰ ਵਿੱਚ ਹੀ ਹੈ, ਤੁਹਾਡੀ ਮੁੱਠੀ ਵਿੱਚ ਆ। ਇਹ ਹੈਗਾ ਲਾਸਟ
ਵੀ ਤੁਸੀਂ ਜਿਹੜੀ ਬੜੀ ਜ਼ਰੂਰੀ ਗੱਲ ਹੈ, ਮੈਡਮ ਹੁਣਾਂ ਨੇ ਵੀ ਦੱਸਿਆ, ਸਮਾਂ ਬਰਬਾਦ ਨਹੀਂ ਕਰਨਾ ਕੁਐਸਚਨ ਆਨਸਰਸ ਲਿਖਣ ਦੇ ਵਿੱਚ। 10 ਮਿੰਟ ਤੁਸੀਂ ਸਾਰੇ ਹੀ ਜਾਣਦੇ ਆ, ਬੋਰਡ ਦੇ ਪੇਪਰਾਂ ਦੇ ਵਿੱਚ ਆਪਾਂ ਨੂੰ 10 ਮਿੰਟ ਮਿਲਦੇ ਆ ਕੁਐਸਚਨ ਪੇਪਰ ਪੜ੍ਹਨ ਲਈ। ਇਸ 10 ਮਿੰਟ ਨੂੰ ਤੁਸੀਂ ਮੈਨੇਜ ਕਰਨਾ। ਇਹਨਾਂ 10 ਮਿੰਟਾਂ ਦੇ ਵਿੱਚ ਤੁਹਾਡਾ ਪੇਪਰ ਡਿਸਾਈਡ ਹੋਣਾ ਵੀ ਤੁਸੀਂ 80 ਚੋਂ 80 ਨੰਬਰ ਕਿੱਦਾਂ ਲੈਣੇ ਆ, ਕਿਹੜਾ ਸੈਕਸ਼ਨ ਪਹਿਲੇ ਚੂਜ਼ ਕਰਨਾ, ਕਿਹੜਾ ਬਾਅਦ ਚੋਂ ਕਰਨਾ ਹੈ। ਤਾਂ ਇਹਦੇ ਲਈ ਸੈਕਸ਼ਨ ਏ ਲਈ ਮੈਡਮ ਮੈਂ ਤਾਂ 30 ਮਿੰਟ ਕਿਹਾ ਸੀਗਾ ਠੀਕ ਹੈ ਜੀ ਕਿ 16 ਕੁਐਸਚਨ ਲਈ 30 ਮਿੰਟ ਬਹੁਤ ਆ। ਵੱਧ ਤੋਂ ਵੱਧ ਕੋਈ ਬੱਚੇ ਨੂੰ ਲੱਗਦਾ ਸਲੋ ਆ ਵੀ ਮੈਨੂੰ ਦੁਬਾਰਾ ਪੜਨ ਦੀ ਲੋੜ ਆ ਤਾਂ ਉਹ 35 ਮਿੰਟ ਲਾ ਸਕਦਾ ਹੈ। ਤੇ ਜੇ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਇਹਨੂੰ 20 ਜਾਂ 25 ਚ ਵੀ ਕਰ ਸਕਦੇ ਹੋ। ਹਾਂਜੀ, ਇਹ ਤੁਹਾਡੀ ਹਿੰਮਤ ਹੈ ਹੁਣ ਵੀ ਤੁਸੀਂ 30 ਮਿੰਟ ਨੂੰ 20 ਮਿੰਟ ਚ ਵੀ ਕਵਰ ਕਰ ਸਕਦੇ, ਪਰ ਨਾ ਬਹੁਤ ਕਾਹਲੀ ਕਰਨੀ ਹੈ ਤੇ ਨਾ ਬਹੁਤ ਸਲੋ ਚੱਲਣਾ ਹੈ। हाँ, क्योंकि इंडिविजुअल डिफरेंसेस है बेटे। कोई बच्चा 1 मिनट च दस दूगा भी दास कैपिटल बुक किने लिखी, कोई सोच किसी ਨੂੰ ਸੋਚਣ ਦਾ ਟਾਈਮ। ਤਾਂ ਤੁਸੀਂ ਇਸ ਚੀਜ਼ ਨੂੰ ਵੈਸੇ ਮਾਈਂਡ 'ਚ ਰੱਖਣਾ ਵੀ ਅਸੀਂ ਪਹਿਲੇ ਸੈਕਸ਼ਨ ਤੇ 30 ਮਿੰਟ ਲਾਣੇ ਆ, ਜਿਹੜਾ ਸੈਕਸ਼ਨ B ਹੈ ਜਿਹਦੇ ਵਿੱਚ ਆਪਾਂ 5 ਕੁਐਸਚਨ ਕਰਨੇ ਆ ਉਹਦੇ ਲਈ 35 ਮਿੰਟ ਰੱਖੇ ਗਏ ਆ ਵੀ 7 ਮਿੰਟ ਲਾ ਲਓ ਵੱਧ ਤੋਂ ਵੱਧ ਇੱਕ ਕੁਐਸਚਨ ਦੇ ਲਈ। ਠੀਕ ਹੈ ਜੀ। ਸੈਕਸ਼ਨ C ਜਿਹੜਾ ਆ ਉਹਦੇ ਸਾਡਾ 45 ਮਿੰਟ ਰੱਖਿਆ ਕਿਉਂਕਿ 3 ਕੁਐਸਚਨ ਤੁਸੀਂ ਕਰਨੇ ਆ, 6-6 ਨੰਬਰ ਦੇ ਆ, ਵੱਡੇ ਕੁਐਸਚਨ ਆ। ਇਹ ਵਾਲੇ ਪੋਰਸ਼ਨ ਨੂੰ ਜੇ ਤੁਸੀਂ ਧਿਆਨ ਨਾਲ ਕਰੋਗੇ ਤਾਂ ਤੁਹਾਨੂੰ ਪੂਰੇ ਨੰਬਰ ਲੈਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਜਿਹੜਾ D ਸੈਕਸ਼ਨ ਹੈ ਤਾਂ ਮੈਡਮ ਦੀ ਗੱਲ ਸਹੀ ਹੈ ਵੀ ਗੱਫੇ ਹੈ, ਹੁਣ ਇਹ ਸਾਡੇ ਹੱਥ 'ਚ ਆ ਵੀ ਆਪਾਂ ਕਿੰਨੇ ਗੱਫੇ ਲੈਣੇ ਆ। ਬਿਲਕੁਲ, ਔਰ ਆਪਾਂ ਲੈਣੇ ਆ 10 ਚੋਂ 10 ਨੰਬਰ ਇਹਦੇ 'ਚ ਆਪਾਂ ਲੈਣੇ ਆ। ਵੈਸੇ ਇਹਦੇ ਲਈ ਮੈਮ ਨੇ 15 ਮਿੰਟ ਤੇ 20 ਮਿੰਟ ਲਿਖੇ ਆ, ਪਰ ਮੈਨੂੰ ਲੱਗਦਾ 2 ਮਿੰਟ ਦੇ ਵਿੱਚ ਵੀ ਤੁਸੀਂ ਆਰਾਮ ਨਾਲ ਪੈਰਾ ਧਿਆਨ ਨਾਲ ਪੜੋ ਔਰ ਵਿੱਚ ਆਨਸਰ ਦਿਓ। ਤੇ ਪ੍ਰੀ ਰੀਡਿੰਗ ਲਈ ਵੀ ਦੇਖੋ ਬਿੰਦੂ ਮੈਮ ਨੇ ਤੁਹਾਡੇ ਪ੍ਰੀ ਰੀਡਿੰਗ ਦਾ ਵੀ ਇੰਤਜ਼ਾਮ ਕੀਤਾ ਹੈ ਕਿ ਪ੍ਰੀ ਰੀਡਿੰਗ ਇੱਕ ਵਾਰੀ ਪੇਪਰ ਦੇਣ ਤੋਂ ਪਹਿਲਾਂ ਨਜ਼ਰ ਜ਼ਰੂਰ ਮਾਰੋ ਕਿ ਮੈਂ ਕੁਝ ਛੱਡ ਤਾਂ ਨਹੀਂ ਦਿੱਤਾ, ਮੈਂ ਕੁਝ ਗਲਤ ਤਾਂ ਨਹੀਂ ਕਰ ਦਿੱਤਾ, ਜਾਂ ਮੈਂ ਕੁਝ ਚੇਂਜ ਤਾਂ ਨਹੀਂ ਕਰਨਾ ਚਾਹੁੰਦਾ। ਇੱਕ ਦੋ ਗੱਲਾਂ ਮੈਂ ਜ਼ਰੂਰ ਕਵਾਂਗੀ ਜਾਂਦੇ ਜਾਂਦੇ ਕਿ ਇੱਕ ਤਾਂ ਕਟਿੰਗਸ ਘੱਟ ਕਰਿਓ। ਪੇਪਰ ਜਿੰਨਾ ਸਾਫ਼ ਸੁਥਰਾ ਕੀਤਾ ਹੋਏਗਾ ਓਨਾ ਹੀ ਬੱਚੇ ਤੁਹਾਡੇ ਲਈ ਫਾਇਦੇਮੰਦ ਹੈ। ਦੂਸਰੀ ਚੀਜ਼ ਕਿ ਜਿਹੜਾ ਕੁਐਸਚਨ ਦਾ ਨੰਬਰ ਤੁਹਾਡੇ ਪੇਪਰ 'ਚ ਹੈ ਤੁਸੀਂ ਉਹੀ ਨੰਬਰ ਪਾਉਣਾ ਹੈ। ਮੰਨ ਲਓ ਤੁਸੀਂ ਕੁਐਸਚਨ ਪਹਿਲੇ ਤੋਂ ਬਾਅਦ ਚੌਥਾ ਕਰ ਰਹੇ ਹੋ ਤਾਂ ਤੁਸੀਂ ਉਹਨੂੰ 2 ਨੰਬਰ ਨਹੀਂ ਪਾਉਣਾ। ਜੇ ਪੇਪਰ 'ਚ ਚੌਥਾ ਹੈ ਤਾਂ ਤੁਸੀਂ ਉਹਨੂੰ ਚੌਥਾ ਨੰਬਰ ਹੀ ਪਾਉਣਾ ਹੈ, ਕਿਉਂਕਿ ਤੁਹਾਡੇ ਆਨਸਰਸ ਦੇ ਨੰਬਰ ਸ਼ੀਟ ਦੇ ਬਾਹਰ ਖਾਨਿਆਂ ਦੇ ਵਿੱਚ ਲਿਖਣੇ ਹੁੰਦੇ ਆ। ਸੋ ਉੱਥੇ ਕੁਐਸਚਨ ਵਾਈਜ਼ ਨੰਬਰ ਲਿਖਣਾ ਹੁੰਦਾ ਹੈ। ਸੋ ਮੈਨੂੰ ਲੱਗਦਾ ਹੈ ਬਿੰਦੂ ਮੈਮ ਆਪਣਾ ਸੈਕਸ਼ਨ ਵੀ ਜੇ ਤੁਸੀਂ ਬੱਚੇ ਨਾਲ ਲਿਖ ਦੋਗੇ ਨਾ, ਭਾਗ ਊੜਾ ਚੁਆਇਸ ਕੀਤੀ ਹੈ, ਐੜਾ ਚੂਜ਼ ਕਰ ਰਹੇ ਆ ਤਾਂ ਐਗਜ਼ਾਮੀਨਰ ਲਈ ਨੰਬਰ ਲਾਣੇ ਬਾਹਰ ਲਾਣੇ, ਵਿੱਚੋਂ ਚੈੱਕ ਕਰਨੇ, ਸਾਡੇ ਲਈ ਸੌਖਾ ਹੋ ਜਾਂਦਾ। ਬਹੁਤ ਅੱਛਾ ਮੈਮ ਨੇ, ਬਹੁਤ ਅੱਛਾ। ਮੇਰੇ ਤੋਂ ਪੁਆਇੰਟ ਸਕਿਪ ਹੋ ਗਿਆ ਸੀਗਾ ਕਿ 4 ਭਾਗ ਨੇ, ਊੜਾ ਐੜਾ ਈੜੀ ਸੱਸਾ ABCD। ਤਾਂ ਜਿਹੜੇ ਭਾਗ ਦਾ ਤੁਸੀਂ ਕਰ ਰਹੇ ਹੋ ਉੱਪਰ ਹੈਡਿੰਗ ਦੇ ਵਿੱਚ ਦੇ ਦਿਓ ਭਾਗ ਐੜੇ ਦਾ ਕੁਐਸਚਨ ਕਰ ਰਹੇ ਆ ਕਿ ਭਾਗ ਈੜੀ ਦਾ। ਵੈਸੇ ਕੋਸ਼ਿਸ਼ ਕਰੋ ਜਿਹੜਾ ਭਾਗ ਚੱਕਦੇ ਹੋ ਤੁਸੀਂ ਉਹੀ ਕਰੋ, ਪਰ ਫਿਰ ਵੀ ਜੇ ਕੁਝ ਤੁਹਾਡਾ ਰਹਿ ਜਾਂਦਾ ਹੈ ਤਾਂ ਤੁਸੀਂ ਉਹਨੂੰ ਜ਼ਰੂਰ ਆਪਣੇ ਕੁਐਸਚਨ ਦੇ ਨੰਬਰ ਦੇ ਹਿਸਾਬ ਨਾਲ ਦੱਸੋ। ਸੋ ਆਪਣੀ ਰਾਈਟਿੰਗ ਸਕਿੱਲ ਵਧੀਆ ਰੱਖੋ। ਔਰ ਸਾਡੇ ਵੱਲੋਂ ਅੱਜ ਇੱਕ ਵਾਰੀ ਫੇਰ ਬਿੰਦੂ ਮੈਮ ਇੱਥੇ ਆਏ ਨੇ, ਮੈਨੂੰ ਵੀ ਬਹੁਤ ਵਧੀਆ ਲੱਗਿਆ ਹੈ। ਤੁਸੀਂ ਵੀ ਮੈਮ ਦੀ ਇੰਨੀ ਜ਼ਿਆਦਾ ਜੋ ਮੈਮ ਦੇ ਕੋਲ ਨੌਲੇਜ ਦਾ ਭੰਡਾਰ ਹੈ ਉਹਦੇ 'ਚ ਤੁਸੀਂ ਫਾਇਦਾ ਲਿਆ ਹੈ, ਤੁਸੀਂ ਵੀ ਬੜੀ ਖੁਸ਼ੀ ਮਹਿਸੂਸ ਕੀਤੀ ਹੋਏਗੀ। ਮੈਂ ਮੈਮ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਤੇ ਚਾਹੁੰਦੀ ਹਾਂ ਕਿ ਅੱਗੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲਗਾਤਾਰ ਮੈਮ ਨੂੰ ਆਪਣੇ ਲੈਕਚਰਸ ਦੇ ਵਿੱਚ ਦੇਖੋਗੇ। ਤੇ ਤੁਸੀਂ ਪੇਪਰਾਂ ਦੇ ਲਈ ਬਿੰਦੂ ਮੈਮ ਅਸੀਂ ਇਹਨਾਂ ਨੂੰ ਹੁਣ ਪੇਪਰ ਨੇੜੇ ਆ ਰਹੇ ਨੇ, ਸੋ ਸਾਡੇ ਦੋਨੋਂ ਵੱਲੋਂ ਬੱਚੇ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਸ਼ੁਭ ਕਾਮਨਾਵਾਂ। ਬੈਸਟ ਆਫ ਲੱਕ, ਕੀਪ ਯੂਰ ਬੈਸਟ ਐਂਡ ਗਿਵ ਯੂਰ ਬੈਸਟ। 100% ਮਿਸ਼ਨ ਨੂੰ ਆਪਾਂ ਨੇ ਜਿੰਦਾਬਾਦ ਕਰਕੇ ਸਫਲ ਕਰਨਾ ਹੈ। ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ, ਮੈਮ ਦਾ ਵੀ ਧੰਨਵਾਦ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।